ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੱਟੀ ਸਾਹਿਬ ਵੈਲਕਮ ਜੀ, ਆਇਆਂ ਨੂੰ ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਹੋਰ ਸੁਣਾਓ, ਠੀਕ ਠਾਕ ਹੋ? ਬੜੀ ਕਿਰਪਾ ਜੀ, ਬੜੀ ਕਿਰਪਾ। ਪੱਟੀ ਸਾਹਿਬ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਦੋਂ ਹੋਣਗੀਆਂ ਵੇਖੀ ਜਾਊਗੀ, ਪਰੰਤੂ ਇੱਕ ਜਿਹੜਾ ਖਬਰ ਆ ਰਹੀ ਹੈ ਕਿ ਅਪਰਾਧਕ ਲਫ਼ਜ਼ ਹੀ ਆਪਣੇ ਆਪ ਦੇ ਵਿੱਚ ਬੜਾ ਵੱਡਾ ਹੈ, ਪਰ ਜੇ ਅਗਲਾ ਲਫ਼ਜ਼ ਹੈ ਕਿ ਅਪਰਾਧਕ ਪਿਛੋਕੜ ਵਾਲੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਲੜ ਸਕਣਗੇ। ਓਏ ਹੋਏ ਹੋਏ ਹੋਏ। ਤੇ ਜੇ ਤੇ ਤਰਾਜੂ ਹੋਵੇ ਬਾਬੇ ਨਾਨਕ ਵਾਲਾ 13 ਤੋਲਣ ਵਾਲਾ, ਹਨਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲਿਆ ਪਏ ਇਧਰ, ਹਾਂਜੀ, ਫਿਰ ਲੱਗਦਾ ਤੁਹਾਨੂੰ ਕੋਈ ਨਿਕਲ ਆਊਗਾ ਕੋਈ ਪਿਓਰ? ਐਕਚੁਅਲੀ ਜਿਹੜੇ SSRO ਇਸ ਲਈ ਗੁਰਦੁਆਰਾ ਚੋਣ ਕਮਿਸ਼ਨ ਦੇ ਚੇਅਰਮੈਨ ਲਾਏ ਗਏ ਨੇ, ਉਹ ਤੁਹਾਨੂੰ ਪਤਾ ਬੜੇ ਸਾਫ਼ ਸੁਥਰੇ ਜਿਹੇ ਵਿਅਕਤੀ। ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਤੇ ਅਪੁਆਇੰਟਮੈਂਟ ਕਰ ਦਿੱਤੀ ਗਈ ਸੀ, ਲੇਕਿਨ ਦਫ਼ਤਰ ਨੇ ਦਿੱਤਾ ਸੀ। ਫਿਰ ਅਖਬਾਰਾਂ 'ਚ ਰੌਲਾ ਪਿਆ, ਰੌਲਾ ਪੈਣ ਤੋਂ ਬਸ ਸਾਰਾ ਸੈਕਟਰੀ ਤੇ ਉਹਨੂੰ ਦਫ਼ਤਰ ਦਿੱਤਾ। ਗੱਡੀ ਵੀ ਦੇ ਦਿੱਤੀ, ਡਰਾਈਵਰ ਦਿੱਤਾ ਗਿਆ, ਸੈਕਟਰੀ ਵੀ ਦੇ ਦਿੱਤਾ, ਪਰ ਅਸਿਸਟੈਂਟ ਦਿੱਤਾ ਗਿਆ, ਮਤਲਬ ਲਾਈਕ ਦਿਸ। ਹੁਣ ਜਿਹੜਾ ਦਫ਼ਤਰ ਆ ਉਹਨਾਂ ਦਾ ਲਗਭਗ ਕੰਪਲੀਟ ਹੋ ਚੁੱਕਾ, ਉਹਨਾਂ ਦੇ ਮੁਤਾਬਕ ਮੈਂ ਨਹੀਂ ਵੇਖਿਆ ਜਾਏ। ਉਹ ਕਹਿੰਦੇ ਆ ਵੀ ਵੇਖੋ, ਪਹਿਲੀ ਗੱਲ ਤੇ ਇਹ ਆ ਜਿਹੜੀਆਂ ਆਮ ਚੋਣਾਂ ਹੁੰਦੀਆਂ ਉਹਦੇ ਵਿੱਚ 18 ਸਾਲ ਦੇ ਵਿਅਕਤੀ ਨੂੰ ਵੋਟ ਦਾ ਅਧਿਕਾਰ ਹੁੰਦਾ, ਪਰ ਸ਼੍ਰੋਮਣੀ ਕਮੇਟੀ 21 ਸਾਲ ਦੇ ਨਹੀਂ। ਅਸੀਂ ਦੋ ਚੀਜ਼ਾਂ ਕੇਂਦਰ ਨੂੰ ਲਿਖਾਂਗੇ, ਇੱਕ ਲਿਖਾਂਗੇ ਕਿ ਉਮਰ ਜਿਹੜੀ ਆ ਉਹ ਘਟਾ ਕੇ ਜਿਹੜੀ ਆ ਉਹ 18 ਸਾਲ ਕੀਤੀ ਜਾਵੇ, ਤੇ ਦੂਜਾ ਸਾਡਾ ਇਹ ਹੋਊਗਾ ਕਿ ਜੇ ਅਪਰਾਧਕ ਬਿਰਤੀ ਵਾਲਾ ਵਿਅਕਤੀ ਆ, ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਤੇ ਉੱਤੇ ਜਿਹੜੀ ਰੋਕ ਲਾਈ। ਬਿਲਕੁਲ ਸਹੀ ਹੈ, ਬਿਲਕੁਲ ਸਹੀ। ਹੁਣ ਜਸਟਿਸ ਸਾਰੋ ਕੋਈ ਛੋਟੀ ਮੋਟੀ ਹਸਤੀ ਤੇ ਹੈ ਨਹੀਂ, ਬੜੇ ਮੰਨੇ ਪ੍ਰਬੰਨੇ ਜਸਟਿਸ ਰਹੇ। ਅੱਗੇ ਵੀ ਗੱਲ ਕੀਤੀ ਸੀ ਆਪਾਂ ਕਿ ਜਗਦੀਪ ਸਿੰਘ ਨੇ ਸਿਰਫ ਜਿਹੜਾ ਸੀ ਉਹ ਸਜ਼ਾ ਸੁਣਾਈ ਸੀ, ਉਹਨੂੰ ਮੋਨੀਟਰ ਕਰਨ ਵਾਲੇ ਜਿਹੜੇ ਸੀ ਉਹ ਬਕਾਇਦਾ ਤੌਰ ਤੇ ਜਸਟਿਸ SSO ਸਾਰੂ ਸਨ, ਜਦੋਂ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ। ਇਸ ਕਰਕੇ ਉਹਨਾਂ ਦੀ ਗੱਲ ਤੇ ਹੈਗੀ ਵਧੀਆ, ਲੇਕਿਨ ਇਹ ਪੋਲੀਟੀਕਲ ਲੋਕਾਂ ਨੂੰ ਵਾਰਾ ਖਾਂਦੀ ਆ ਕਿ ਨਹੀਂ ਖਾਂਦੀ। ਮੈਂ ਤੇ ਇੱਕ ਗੱਲ ਹੋਰ ਕਹੂੰਗਾ ਕਿ ਇਹ ਵੀ ਬੈਨ ਕੀਤਾ ਜਾਵੇ ਵੀ ਜਿਹੜਾ ਕਿਸੇ ਵੀ ਹੋਰ ਸੰਸਥਾ ਦਾ ਮੈਂਬਰ ਆ ਜਾਂ ਕੋਈ ਸੰਵਿਧਾਨਕ ਬੋਡੀ ਉਹਦੇ ਤੇ ਬੈਠਾ, ਉਹਨੂੰ ਵੀ ਇਹ ਬੈਨ ਕੀਤਾ ਜਾਣਾ ਚਾਹੀਦਾ ਕਿ ਉਹ ਵੀ ਚੋਣ ਨਾਲ ਲੜ ਸਕੇ। ਲੇਕਿਨ ਸ਼੍ਰੋਮਣੀ ਕਮੇਟੀ ਦੇ ਐਕਟ ਦੇ ਵਿੱਚ ਦਰਜ ਆ, ਤੁਸੀਂ ਮਾਸਟਰ ਲੱਗੇ ਹੋ, ਤੁਸੀਂ SDO ਲੱਗੇ ਹੋ, ਲੇਕਿਨ ਤੁਸੀਂ ਸ਼੍ਰੋਮਣੀ ਕਮੇਟੀ ਦੀ ਚੋਣ ਲੜ ਸਕਦੇ। ਇਹ ਵੀ ਚੀਜ਼ ਨਹੀਂ ਹੋਣੀ ਚਾਹੀਦੀ। ਹੁਣ ਵੇਖੋ ਇੱਥੇ ਕੀ ਹੁੰਦਾ ਸੀਗਾ, ਸੁੱਚਾ ਸਿੰਘ ਲੰਗਾਹ ਜਿਹੜਾ ਸੀ ਉਹ ਜ਼ਿਲ੍ਹਾ ਜਥੇਦਾਰ ਹੁੰਦਾ ਸੀਗਾ ਗੁਰਦਾਸਪੁਰ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ। ਸੁੱਚਾ ਸਿੰਘ ਲੰਗਾਹ ਮੰਤਰੀ ਸੀਗਾ, ਸੁੱਚਾ ਸਿੰਘ ਲੰਗਾਹ MLA ਸੀਗਾ, ਤੇ ਸੁੱਚਾ ਸਿੰਘ ਲੰਗਾਹ ਦਾ SGPC ਮੈਂਬਰ ਵੀ ਸੀ। ਚਾਰ ਬੰਦੇ ਐਡਜਸਟ ਹੋ ਸਕਦੇ, ਕਿੰਨੀਆਂ ਪਾਵਰਾਂ ਤੇ ਚਾਰ ਬੰਦੇ ਐਡਜਸਟ ਹੋ ਸਕਦੇ, ਬਿਲਕੁਲ। ਤੇ ਚਾਰ ਦੇ ਨਾਲ ਉਹਨਾਂ ਦੇ ਨਾਲ ਚਾਰ ਹੋਰ ਉਹਨਾਂ ਦੇ ਸੈਕਟਰੀ, ਉਹਨਾਂ ਦੇ ਦੂਜੇ ਤੀਜੇ। ਹਾਂਜੀ ਜੀ ਜੀ ਜੀ। ਇਸ ਕਰਕੇ ਉਦੋਂ ਜਦੋਂ ਇਹ ਇਲੈਕਸ਼ਨ ਆਈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਸਵਾਲ ਕੀਤਾ ਸੀ, ਬਾਦਲ ਸਾਹਿਬ ਤੁਸੀਂ ਕ੍ਰਾਈਟੀਰੀਆ ਕੀ ਰੱਖਿਆ ਵਾ ਜੋ ਟਿਕਟ ਦੇਣੇ? ਕਈ ਵਿਅਕਤੀ ਤਾਂ ਇਹੋ ਜਿਹੇ ਸੀ ਜਿਹਦਾ ਅੰਮ੍ਰਿਤ ਛਕੇ ਹੀ ਨਹੀਂ ਸੀ, ਉਹ ਕਹਿੰਦੇ ਜੀ ਟਿਕਟ ਮਿਲ ਜੂਗੀ ਫਿਰ ਛਕ ਲਾਂਗੇ। ਟਿਕਟ ਮਿਲ ਗਈ, ਕਹਿੰਦੇ ਜਿੱਤ ਜਾਗੇ ਤੇ ਫਿਰ ਛਕ ਲਾਂਗੇ। ਇਹੋ ਜਿਹੇ ਬੰਦੇ ਵੀ ਇਲੈਕਸ਼ਨ ਲੜ ਚੁੱਕੇ ਆ, ਤੇ ਜਿਹਦੀ ਪ੍ਰਵਿਰਤੀ ਨਹੀਂ ਹੈਗੀ ਧਾਰਮਿਕ, ਉਹ ਉੱਥੇ ਧਰਮ ਕਰਨ ਦਾ ਕੰਮ ਕੀ ਕਰੂਗਾ? ਬਿਲਕੁਲ ਬਿਲਕੁਲ ਸਹੀ ਗੱਲ। ਪ੍ਰਵਿਰਤੀ ਵਾਲੇ ਬੰਦੇ ਲਿਆਉਣੇ ਚਾਹੀਦੇ ਆ, ਉਹਦੇ ਵਾਸਤੇ ਵੀ ਸਾਨੂੰ ਥੋੜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੇਖਿਆ ਜਾਵੇ ਪਿਛੋਕੜੇ ਦਾ ਕਦੋਂ ਉਹਨਾਂ ਨੇ ਅੰਮ੍ਰਿਤ ਛਕਿਆ, ਕੀ ਇਹ ਧਾਰਮਿਕ ਬਿਰਤੀ ਵਾਲਾ ਬੰਦਾ ਹੈਗਾ ਜੀ ਅਪਰਾਧਕ ਬਿਰਤੀ ਦਾ ਬੰਦਾ? ਬਿਲਕੁਲ, ਮੈਂ ਤਾਂ ਨਾਲ ਸਹਿਮਤ ਹਾਂ 100%। ਹੋਰ ਹਿੰਦੀ ਦੀ ਲੇਖਿਕਾ, ਉਹਦੇ ਖਿਲਾਫ ਮੁਕੱਦਮਾ ਦਰਜ ਹੈ। ਪੱਤਰਕਾਰ ਜਿਹੜੇ ਨੇ
ਕੁਝ ਲਿਖਦੇ ਨੇ। ਵੈਸੇ ਤਾਂ ਬੋਲਣ ਦੀ ਆਜ਼ਾਦੀ ਆ ਡੈਮੋਕ੍ਰੇਟਿਕ ਵੇ ਦੇ ਨਾਲ, ਹਨਾ, ਕਹਿੰਦੇ ਆ। ਜਦੋਂ ਕਦੇ ਇਹੋ ਜਿਹੀ ਗੱਲ ਹੁੰਦੀ ਆ ਵਿਦੇਸ਼ਾਂ ਦੇ ਵਿੱਚ ਬੜਾ ਜ਼ੋਰ ਸ਼ੋਰ ਨਾਲ ਕਿਹਾ ਜਾਂਦਾ ਕਿ ਭਾਰਤ ਵਿੱਚ ਬੋਲਣ ਦੀ ਆਜ਼ਾਦੀ ਆ। ਹੁਣ ਜਿਹੜਾ ਵੀਸੀ ਫਰੀਦਕੋਟ ਵਾਲਾ ਜਿਹੜਾ ਵਾ ਚੱਕਰ ਦੇ ਵਿੱਚ ਆ, ਵੇਖ ਲਓ ਉਹਨਾਂ ਦੀ ਇੱਕ ਸੰਸਥਾ ਜਾਂ ਉਹਨਾਂ ਦਾ ਕੋਈ ਇੱਕ ਜੁਟਤਾ ਹੈਗੀ ਆ, ਤੇ ਉਹਨਾਂ ਨੇ ਮਤਲਬ ਜਿਹੜਾ ਹੈ ਇੱਕ ਕਿਸਮ ਦਾ ਮੁੱਖ ਮੰਤਰੀ ਨੇ ਮਾਫੀ ਮੰਗ ਹੀ ਲਈ ਆ ਨਾ। ਜੀ 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 ਇੱਕ ਕਿਸਮ ਦੀ ਮਾਫੀ ਮੰਗ ਲਈ ਆ। ਹਾਲਾਂਕਿ ਉਹਨਾਂ ਤੇ ਐਲੀਗੇਸ਼ਨ ਲੱਗਦੇ ਨੇ, ਸਾਬਤ ਨਹੀਂ ਹੁੰਦੇ ਕਿ ਉਹ ਜੀ ਆ ਵਾ ਹਨਾ, ਪਰ ਸਾਬਤ ਨਹੀਂ ਹੁੰਦੇ। ਇੱਥੇ ਲੇਖਕ ਨੇ ਲਿਖ ਦਿੱਤਾ ਤੇ ਸਾਡਾ ਭਾਈਚਾਰਾ ਜਿਹੜਾ ਅੱਧੇ ਇੱਧਰ ਹੋਣਗੇ, ਇੱਧਰ ਹੋਣਗੇ, ਹਨਾ। ਪਰ ਲੇਖਾਂ ਰੋਸ ਜ਼ਰੂਰ ਆ। ਕਿਹੜੇ ਹੋਣਗੇ? ਬਹੁਤ ਉਤਲੇ ਲੈਵਲ ਦੇ ਹੋਣਗੇ ਜਿਹੜੇ ਰੋਸ ਕਰਨਗੇ ਵੀ ਇਹ ਪਰਚਾ ਕਿਉਂ ਦਰਜ ਹੋਇਆ। ਕੀ ਕਹਿਣਾ ਚਾਹੋਗੇ? ਇਹ ਪ੍ਰਸਿੱਧ ਲੇਖਕ ਹੈਗੀ ਆ ਗੀਤਾਂਜਲੀ ਸ਼ਰੀਫ, ਔਰ ਇਹਨੇ ਇੱਕ ਲਿਖਿਆ ਸੀ, ਇੱਕ ਨਾਵਲ ਲਿਖਿਆ ਸੀ ਰੇਤ ਸਮਾਧੀ। ਅੰਗਰੇਜ਼ੀ ਚ ਅਨੁਵਾਦ ਕੀਤਾ ਗਿਆ ਦਾ ਟੌਮ ਆਫ ਸੈਂਡ। ਇਹ ਦੁਨੀਆ ਦੇ ਵਿੱਚ ਪਹਿਲਾ ਨਾਵਲ ਆ ਜਿਹਨੂੰ ਹਿੰਦੀ ਨਾਵਲ ਨੂੰ ਬੁੱਕਰ ਸਨਮਾਨ ਮਿਲਿਆ ਹੋਵੇ, ਪਹਿਲੇ ਨਾਵਲ। ਕਿੰਨੀ ਵੱਡੀ ਪ੍ਰਾਪਤੀ ਉਸ ਬੀਬੀ ਦੀ, ਤੇ ਉਹਦਾ ਸਨਮਾਨ ਰੱਖਿਆ ਸੀ ਬਕਾਇਦਾ ਤੌਰ ਤੇ। ਉਹ ਸਨਮਾਨ ਤੇ ਨਹੀਂ ਲੈ ਸਕੀ, ਲੇਕਿਨ ਸਨਮਾਨ ਲੈਣ ਆਖਰੀ ਸਨਮਾਨ ਰੱਖਿਆ ਸੀਗਾ, ਤੇ ਉਹਦੇ ਖਿਲਾਫ ਇੱਕ ਹਾਥਰਸ ਦੇ ਵਿੱਚ ਇੱਕ ਬੰਦੇ ਦੇ ਜਨਾਸੀ ਪਰਚਾ ਦਰਜ ਕਰਾਤਾ ਕਿ ਇਹਨੇ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਪਤਾ ਨਹੀਂ ਕਿਹੜੀਆਂ ਭਾਵਨਾ ਸੀ। ਤੇ ਬੀਬੀ ਜੀ ਦੀ ਗ੍ਰਿਫਤਾਰੀ ਹੋ ਗਈ, ਤੇ ਉਹ ਜਿਹੜਾ ਸਨਮਾਨ ਰੱਖਿਆ ਸੀ ਉਹਨਾਂ ਦੇ ਮਾਨ ਸਨਮਾਨ ਦੇ ਵਿੱਚ ਉਹ ਰੱਦ ਕਰਨਾ ਪਿਆ। ਪਹਿਲੀ ਗੱਲ ਤੇ ਇਹ ਆ ਵੀ ਜੇ ਹਿੰਦੀ ਦੇ ਪਹਿਲੇ ਇਸ ਨਾਵਲ ਨੂੰ ਬੁੱਕਰ ਸਨਮਾਨ ਮਿਲਿਆ, ਉਹ ਹਿੰਦੂ ਕਮਿਊਨਿਟੀ ਵਾਸਤੇ, ਹਿੰਦੂਆਂ ਵਾਸਤੇ, ਸਾਡੇ ਦੇਸ਼ ਵਾਸਤੇ, ਲੇਖਕਾਂ ਵਾਸਤੇ, ਪੱਤਰਕਾਰਾਂ ਵਾਸਤੇ ਬੜੇ ਮਾਣ ਵਾਲੀ ਗੱਲ। ਲੇਕਿਨ ਬੀਬੀ ਦਾ ਕਸੂਰ ਕੀ ਹੈ? ਬੀਬੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚ ਪੜ੍ਹੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕਿਸੇ ਵੇਲੇ ਟੌਪ ਦੀ ਯੂਨੀਵਰਸਿਟੀ ਹੁੰਦੀ ਸੀ, ਵਿਦੇਸ਼ਾਂ ਦੇ ਲੋਕ ਪੜ੍ਹਨ ਵਾਲੇ ਹੁੰਦੇ। ਜਵਾਹਰ ਲਾਲ ਯੂਨੀਵਰਸਿਟੀ ਵਿੱਚ ਮੈਰਿਟ ਦੇ ਆਧਾਰ ਤੇ ਐਡਮਿਸ਼ਨ ਮਿਲਦਾ ਸੀ, ਤੇ ਟੌਪ ਦੀ ਪਨੀਰੀ ਇੱਥੇ ਪੈਦਾ ਹੁੰਦੀ। ਸਸਤੀ ਸੀਗੀ, ਵਧੀਆ ਸੀਗੀ, ਐਡਮਿਸ਼ਨ ਦੇ ਵਿੱਚ ਕੋਈ ਹੇਰਾਫੇਰੀ ਨਹੀਂ ਸੀਗੀ। ਹੁਣ ਬੀਬੀ ਦੇ ਖਿਲਾਫ ਤੁਸੀਂ ਇਹ ਪਰਚਾ ਦਰਜ ਕਰਾਤਾ, ਉਹਨੂੰ ਕਹਿੰਦੇ ਜੀ ਬੀਬੀ ਦੇ ਖੱਬੇ ਪੱਖੀ ਵਿਚਾਰਧਾਰਾ ਦੀ। ਪਰ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ 1962 ਵਿੱਚ ਜੰਗ ਬੰਦ ਕਰੇ ਜਾ ਕੇ ਨਾ ਚਾਈਨਾ ਵਾਲੀ, ਉਹ ਜਾ ਕੇ ਖੱਬੇ ਪੱਖੀਆਂ ਬੰਦ ਕਰਾਈ। ਨਹਿਰੂ ਸਾਹਿਬ ਨੇ ਆਪ ਭੇਜਿਆ ਸੀ ਬਕਾਇਦਾ ਤੇ ਭਾਈ ਜਾਓ, ਉਹ ਤੁਹਾਡੀ ਸੋਚ ਵਾਲੇ ਬੰਦੇ ਨੇ ਸਾਡਾ ਪੱਖਾ ਬਾਤਾ ਜੰਗ ਬੰਦ ਕਰੋ। ਅੱਜ ਤੁਸੀਂ ਖੱਬੇ ਪੱਖੀਆਂ ਨੂੰ ਖਤਮ ਕਰਤੇ, ਅੱਤਵਾਦੀ ਕਹਿੰਦੇ ਹੋ ਤੁਸੀਂ, ਟੁਕੜੇ ਗੈਂਗ ਕਹਿੰਦੇ ਹੋ। ਇਹ ਬੀਬੀ ਤੇ ਵੀ ਇਲਜ਼ਾਮ ਲਾਇਆ ਕਿ ਟੁਕੜੇ ਗੈਂਗ ਦੀ ਮੈਂਬਰ। ਉਹਦੇ ਵਿੱਚ ਬਹੁਤ ਸਾਰੇ ਲੇਖਕ ਜਿਹੜੇ ਨੇ ਬੀਬੀ ਦੇ ਹੱਕ ਦੇ ਵਿੱਚ ਨਿਤਰੇ ਨੇ, ਨਿਹਾਲ ਪਾਂਡੇ ਆ, ਓਮ ਬਾਨਵੀ ਆ, ਹੋਰ ਪੱਤਰਕਾਰ ਆ ਗਏ ਨੇ, ਉਹਨਾਂ ਇਹਦੀ ਕੜੀ ਨਿੰਦਾ ਕੀਤੀ। ਤੇ ਮੈਂ ਕਿਹਾ ਬੀਬੀ ਨੂੰ ਛੱਡਿਆ ਜਾਵੇ, ਨਹੀਂ ਤੇ ਸੰਘਰਸ਼ ਛੇੜਾਂਗੇ। ਪਰ ਕਦੀ ਨੂੰ ਯਾਦ ਆਇਆ ਪਰਚੇ ਦਰਜ ਕਰਨ ਵਾਲੇ ਗੌਰੀ ਲੰਕੇਸ਼ ਦਾ ਕਤਲ ਹੋ ਗਿਆ, ਬੜੀ ਨਾਮੀ ਗਾਮੀ ਪੱਤਰਕਾਰ। ਬਿਲਕੁਲ ਕੀ ਕੀਤਾ ਅਜੇ ਤੱਕ? ਕੁਛ ਨਹੀਂ ਜੀ। ਮੁਹੰਮਦ ਜੁਬੈਰ ਦੇ ਖਿਲਾਫ ਤੁਸੀਂ 2018 ਦੀ ਇੱਕ ਉਹ ਵੀ ਫਿਲਮ 30 ਸਾਲ ਪੁਰਾਣੀ ਦਾ ਫਿਲਮ ਦਾ ਡਾਇਲਾਗ ਉਹਨੇ ਕਿਹਾ ਵੀ ਫਿਲਮ ਲੱਗਾ, ਮੈਨੂੰ ਨਹੀਂ ਪਤਾ ਇਸ ਗੱਲ ਦਾ, ਉੱਤੇ ਪਰਚਾ ਦਰਜ ਕਰਕੇ ਅੰਦਰ ਸੁੱਟ ਦਿੱਤਾ। ਹੁਣ ਇਹ ਬਾਕੀ ਰਹਿ ਗਈ ਸੀ ਬੀਬੀ ਦੀ, ਜਿਹਨੇ ਤੁਹਾਡੀ ਹਿੰਦੀ ਭਾਸ਼ਾ ਨੂੰ ਇੰਨਾ ਸਨਮਾਨ ਦਿੱਤਾ ਕਿ ਉਹਨੂੰ ਪਹਿਲੀ ਵਾਰੀ ਕਿਸੇ ਨਾਵਲ ਨੂੰ ਬੁੱਕਰ ਸਨਮਾਨ ਮਿਲਿਆ, ਤਾਂ ਤੁਸੀਂ ਚੁੱਪ ਕੀਤੇ ਸੁਣ ਜੀ। ਐਸਾ ਹੁਣ ਤੁਸੀਂ ਕਰਨਾ ਵਾ ਭਾਈ, ਉਹ ਬੀਬੀ ਦੇ ਕੰਮ ਦੀ ਕਦਰ ਕਰਨੀ ਆ ਕਿ ਉਹਨੂੰ ਨਕਦਰੀ ਕਰਨਾ। ਦੇਖੋ ਗੱਲ ਇਹ ਆ ਕਿ ਉੱਚ ਜਾਤੀ ਦਾ ਬੱਚਾ ਉੱਥੋਂ ਬਾਹਰੋਂ ਇੱਕ ਸਰਟੀਫਿਕੇਟ ਵੈਸੇ ਲੈ ਕੇ ਆ ਜਾਵੇ ਨਾ, ਜੀ ਜੀ, ਜਿਹੜੇ ਕਿ ਸਾਡੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਤੇ MLA, ਜਿਹੜੇ ਇੱਥੋਂ ਦੇ MPP, ਉਹ ਆਪਣੇ ਇਲਾਕੇ ਦਾ ਕੋਈ ਪੰਚ ਆਇਆ ਹੋਵੇ, ਸਰਪੰਚ ਆਇਆ ਹੋਵੇ, ਹਨਾ, ਮੋਤਬਾਰ ਆਇਆ ਹੋਵੇ ਆਪਣੇ ਇਲਾਕੇ ਦਾ, ਤੇ ਉਹਨੂੰ ਇੱਕ ਸਰਟੀਫਿਕੇਟ ਜਿਹਾ ਦਿੰਦੇ ਆ। ਉਹ ਸਰਟੀਫਿਕੇਟ
ਮਤਲਬ ਜਿਹੜਾ ਵਾ ਉਹ ਲੈ ਕੇ ਚਲ ਜਾਂਦੇ ਤੇ ਉੱਥੇ ਕਹਿੰਦੇ ਕਿ ਸਾਨੂੰ ਗੌਰਮੈਂਟ ਨੇ ਜੀ ਆਨਰ ਕੀਤਾ ਨਾ, ਮਾਣ ਸਨਮਾਨ ਦਿੱਤਾ। ਜੀ ਜੀ ਜੀ। ਤੇ ਇੱਕ ਛਪਿਆ ਹੁੰਦਾ ਇੱਕੋ ਜਿਹਾ ਹੀ ਉਹ ਦੇ ਦਿੰਦੇ ਮੰਤਰੀ ਸੰਤਰੀ ਇੱਥੋਂ ਦੇ ਜਿਹੜੇ MLA ਸ਼ਮਲੇ ਹਨ ਆਪਣੇ ਇਲਾਕੇ ਦੇ ਪੰਚਾਂ ਸਰਪੰਚਾਂ ਨੂੰ। ਪੰਚ ਸਰਪੰਚ ਨੇ ਭਾਵੇਂ ਸਾਰੀ ਪਿੰਡ ਦੀ ਪੰਚਾਇਤ ਦੀ ਜਿਹੜੀ ਉਹ ਫੰਡਿੰਗ ਜਿਹੜੀ ਖਾਲੀ ਹੋਵੇ। ਬਿਲਕੁਲ ਬਿਲਕੁਲ ਬਿਲਕੁਲ। ਇੱਕ ਬੱਚਾ ਆਪਣੀ ਦਿਨ ਰਾਤ ਮਿਹਨਤ ਕਰਕੇ ਰੁੱਖੀ ਮਿੱਸੀ ਖਾ ਕੇ ਵੀ ਦੇਸ਼ ਵਾਸਤੇ 골ਡ ਮੈਡਲ ਲੈ ਕੇ ਜਾਂਦਾ ਨਾ ਉੱਥੇ, ਜੀ ਜੀ। ਤੇ ਉੱਥੋਂ ਦੇ ਮੀਡੀਆ ਜਿਹੜਾ ਵਾ ਉਹ ਵੇਖਦਾ ਵੀ ਕਿਹੜੀ ਜਾਤ ਦਾ ਹੈ, ਵੀ ਇਹਨੂੰ ਉਹ ਬਣਦੀ ਜਗ੍ਹਾ ਦੇਣੀ ਹੈ ਜਾਂ ਨਹੀਂ ਦੇਣੀ। ਜੀ ਜੀ ਜੀ। ਉਹਨਾਂ ਕੋਲ ਸੁੱਖ ਸਹੂਲਤਾਂ ਹੋਣ ਦੇ ਨਾ ਬਾਵਜੂਦ ਵੀ, ਜਿਹੜੀਆਂ ਸੁੱਖ ਸਹੂਲਤਾਂ ਜਿੰਨੀ ਚਾਹੀਦੀਆਂ ਉਹਦੇ ਬਾਵਜੂਦ ਵੀ ਉਹ 골ਡ ਮੈਡਲ ਜਿੱਤ ਲੈਂਦੇ ਕਿਸੇ ਵੇਲੇ, ਉਹਨਾਂ ਨੂੰ ਥਾਂ ਨਹੀਂ ਮਿਲਦੀ। ਤੁਹਾਡੇ ਭਾਰਤ ਵਿੱਚ ਹੀ, ਪੰਜਾਬ ਦੇ ਵਿੱਚ ਸਾਡੇ ਬਿਲਕੁਲ ਬਿਲਕੁਲ ਬਿਲਕੁਲ। ਇੱਕ ਬੱਚੀ ਜਿੱਤ ਕੇ ਆਈ ਸੀ 골ਡ ਮੈਡਲ, ਤੇ ਉਹਨੂੰ ਉਹਦਾ ਪਿਓ ਲੈ ਕੇ ਆਇਆ ਜਾ ਕੇ, ਕਿਸੇ ਨੇ ਹਿੰਮਤ ਨਹੀਂ ਕੀਤੀ। ਯਾਦ ਹੋਊਗਾ ਤੁਹਾਨੂੰ ਹੁਣ COVID-19 ਦੇ ਵਿੱਚ। ਸੋ ਇਹ ਕਿਉਂਕਿ ਉਹ ਗਰੀਬ ਪਰਿਵਾਰ ਦੀ ਸੀ, ਮਾਤਰ ਪਰਿਵਾਰ ਦੀ ਸੀ। ਇਹ ਆ ਉੱਥੇ ਵਿਤਕਰਾ। ਜੇ ਇਹ ਦੇਸ਼ ਦਾ ਮਤਲਬ ਨਾਗਰਿਕ ਸਮਝਿਆ ਜਾਵੇ ਸਾਰਿਆਂ ਨੂੰ ਬਰਾਬਰ ਦਾ, ਕਿ ਬਾਹਰੋਂ ਕੋਈ 골ਡ ਮੈਡਲ ਲੈ ਕੇ ਆਉਂਦਾ, ਚਾਹੇ ਸਿਲਵਰ ਲੈ ਕੇ ਆਉਂਦਾ, ਚਾਹੇ ਕਾਂਸੀ ਦਾ ਲੈ ਕੇ ਆਉਂਦਾ, ਚਾਹੇ ਕਿਸੇ ਵੀ ਖੇਤਰ 'ਚ ਲੈ ਕੇ ਆਉਂਦਾ, ਉਹਨੂੰ ਸਨਮਾਨ ਦਿੱਤਾ ਜਾਵੇ। ਤੇ ਭਾਰਤ ਵਿੱਚ ਇੰਨਾ ਕੁ ਟੈਲੈਂਟ ਹੈਗਾ ਵਾ ਪੱਟੀ ਸਾਹਿਬ, ਕਿ ਰੋਲ ਕੇ ਰੱਖਦੇ ਦੁਨੀਆ ਨੂੰ। ਬਿਲਕੁਲ ਬਿਲਕੁਲ। ਇੰਨੇ 골ਡ ਮੈਡਲ ਜਿਹੜੇ ਨੇ ਉਹ ਭਾਰਤ ਦਾ ਪ੍ਰਧਾਨ ਮੰਤਰੀ ਆਪਣੇ ਗਲ 'ਚ ਨਹੀਂ ਪਵਾ ਸਕਦਾ, ਜਿੰਨੇ ਬੱਚੇ ਉਹ ਲੈ ਕੇ ਆਉਣਗੇ। ਇੰਨੀ ਸ਼ਕਤੀ ਹੈਗੀ ਹੈ। ਪਰ ਇਹ ਸ਼ਕਤੀ ਜਿਹੜੀ ਆ ਉਹਨੂੰ ਜਿਹੜੀ ਸੁੱਖ ਸਹੂਲਤ ਦੇਣ ਦੀ ਬਜਾਏ ਇਹਨਾਂ ਨੇ ਜਿਹੜੀਆਂ ਆਪਣੀਆਂ ਤਿਜੋਰੀਆਂ ਜਿਹੜੀਆਂ ਨੇ, ਵੇਖਿਆ ਕਿਵੇਂ ਪੈਸੇ ਨਿਕਲਦੇ ਆ। ਤੁਸੀਂ ਦੇਖਿਆ ਹੀ ਆ ਬੰਗਾਲ 'ਚੋਂ ਕਿ ਨਿਕਲੇ ਆਪਣੇ। ਬਿਲਕੁਲ ਬਿਲਕੁਲ ਬਿਲਕੁਲ। ਸਾਡੇ ਪੰਜਾਬ 'ਚ ਵੀ ਤੇ ਉਹ ਸਿੱਧੂ ਸੀਗਾ ਜਿਹਦੇ ਉਹ ਤਿਜੋਰੀਆਂ ਖੋਲੀਆਂ ਅੱਜ ਤੋਂ 15-20 ਸਾਲ ਪਹਿਲਾਂ। ਬਿਲਕੁਲ ਰਵੀ ਸਿੱਧੂ ਦੀ ਖੋਲੀਆਂ, ਰਵੀ ਸਿੱਧੂ ਦੀਆਂ, ਹਾਂਜੀ 2002 ਦੇ ਵਿੱਚ। ਕਿਵੇਂ ਡਿੱਗਦੇ ਸੀ ਨੋਟ, ਜਿਵੇਂ ਕੀ ਕਹੀਏ ਹੁਣ। ਸੋ ਇਸ ਤਰ੍ਹਾਂ ਇਹ ਲੋਕ ਜਿਹੜੇ ਅਸਲੀ ਦੇਸ਼ ਧਰੋਹੀ, ਤੇ ਮੈਂ ਇਹਨਾਂ ਨੂੰ ਗਿਣਦਾ, ਮੇਰੀ ਨਿਗਾਹ ਦੇ ਵਿੱਚ ਦੇਸ਼ ਧਰੋਹੀ ਇਹ ਆ ਜਿਹੜੇ ਇਸ ਤਰ੍ਹਾਂ ਦਾ ਧਨ ਦੌਲਤ ਇਕੱਠਾ ਕਰਦੇ ਨੇ, ਇਸ ਤਰ੍ਹਾਂ ਦੀ ਮਾਇਆ ਬਣਾਉਂਦੇ ਨੇ, ਇਸ ਤਰ੍ਹਾਂ ਦੀ ਮਾਇਆ ਇਕੱਠੀ। ਇਹੀ ਧਨ ਦੌਲਤ ਕਿਤੇ ਵਰਤੀ ਜਾਵੇ, ਹਾਂ ਸਹੀ ਥਾਂ ਦੇ ਉੱਤੇ, ਪਰ ਨਹੀਂ। ਚਲੋ ਖੈਰ, ਇਹ ਇਸ ਲਈ ਲੁਟੇਰੇ ਇਹ ਨੇ ਜਿਹੜੇ ਮਾੜਾ ਮੋਟਾ ਕੰਮ ਕਰਦੇ ਲੋਕ, ਬਸ ਠੀਕ ਹੀ ਆ। ਉਹਨਾਂ ਨੂੰ ਪੁੱਛ ਕੇ ਵੇਖੋ, ਕਹਿੰਦੇ ਅਸੀਂ ਸੇਵਾ ਕਰਨ ਵਾਸਤੇ ਆਏ ਹਾਂ, ਅਸੀਂ ਸੇਵਾ ਕਰ ਰਹੇ ਹਾਂ, ਖੇਤ ਸਵਾਸ ਸੇਵਾ ਦਾ ਮੌਕਾ ਮਿਲਿਆ। ਚਲੋ ਐਨੀਵੇ, ਇਹ ਨਹੀਂ ਮੇਵਾ ਖਾਣ ਦੀ ਗੱਲ ਨਹੀਂ ਕਰਦੇ, ਮੇਵਾ ਖਾਣ ਆਏ। ਸਿਹਤ ਮੰਤਰੀ ਦੇ ਹੱਕ ਵਿੱਚ ਆਏ ਪਿੰਡਾਂ ਦੇ ਸਰਪੰਚ, ਡਾਕਟਰਾਂ ਦੇ ਵਿੱਚ ਵੀ ਰੋਸ ਵਧਿਆ ਹੈ, ਸਿਹਤ ਮੰਤਰੀ ਦੇ ਹੱਕ ਦੇ ਵਿੱਚ ਵੀ ਆ ਗਏ ਨੇ। ਕਿਉਂਕਿ ਹੱਕ ਦੇ ਵਿੱਚ ਵੇਖੋ ਪਟ ਸਾਹਿਬ, ਮੈਂ ਉਦੋਂ ਵੀ ਕਿਹਾ ਸੀ ਭਈ ਚਲੋ ਠੀਕ ਆ, ਉੱਥੇ VC ਸਾਹਿਬ ਤੇ ਐਲੀਗੇਸ਼ਨ ਲੱਗਦੇ ਨੇ ਬੜੇ, ਵੀ ਉਹਨੇ ਆਹ ਕੀਤਾ, ਉਹ ਕੀਤਾ, ਉਹ ਕੀਤਾ, ਆਹ ਕੀਤਾ। ਚੰਗਾ ਡਾਕਟਰ ਵੀ ਆ, ਬੜੀ ਦੇਣ ਵੀ ਆ, ਬੜੀਆਂ ਪ੍ਰਾਪਤੀਆਂ ਵੀ ਨੇ, VC ਆ ਜੀ। ਅੱਛਾ, ਗੱਲ ਇਹ ਆ ਕਿ ਉਹਨੂੰ ਸਮਝਾਉਣ ਦਾ ਤਰੀਕਾ ਜਿਹੜਾ ਨਾ, ਉਹ ਕੁਛ ਲੋਕ ਕਹਿੰਦੇ ਸਹੀ ਨਹੀਂ, ਤੇ ਕੁਝ ਕਹਿੰਦੇ ਵੀ ਇਹ ਝਟਕਾ ਆ, ਕੁਝ ਕਹਿੰਦੇ ਕਿ ਵਧੀਆ ਕੀਤਾ। ਜਿਹੜੇ ਵਧੀਆ ਕੀਤੇ ਅਸੀਂ ਉਹਨਾਂ ਦੇ ਨਾਲ ਵੀ ਆ, ਪਰ ਕੀ ਇਹਨੂੰ ਇੱਕ ਵਾਰਨਿੰਗ ਦੇ ਕੇ ਨਹੀਂ ਕੀਤਾ ਜਾ ਸਕਦਾ ਵੀ ਅੱਜ ਤੁਹਾਨੂੰ ਵਾਰਨਿੰਗ ਆ, ਦੱਸੋ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਆ, ਲਿਸਟ ਕੀ ਹੈ ਤੁਹਾਡੀ, ਹਨਾ, ਅਸੀਂ ਪ੍ਰੋਵਾਈਡ ਕਰਾਂਗੇ, ਬਾਅਦ ਚ ਆਵਾਂਗੇ, ਜੇ ਨਾ ਹੋਇਆ ਤੇ ਫਿਰ ਤੁਸੀਂ ਆਪ ਦੇਖਿਓ ਵੀ ਸਾਡੇ ਤੋਂ ਬੁਰਾ ਕੋਈ ਨਹੀਂ ਹੋਊਗਾ। ਪਰ ਕੀ ਕਹਿਣਾ ਚਾਹੋਗੇ ਤੁਸੀਂ? ਪਹਿਲੀ ਗੱਲ ਤੇ ਇਹ ਆ ਵੀ ਇਹ ਸਰਪੰਚ ਉਹਨਾਂ ਦੇ ਹੱਕ ਚ ਆਏ ਨੇ ਜਿਹੜੇ ਬੋਝ ਨਜ਼ਦੀਕੀ ਰਹੇ ਹਨ। ਬਾਕੀ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚੱਲ ਰਹੀ ਹੈ ਕਿ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ, ਲੇਕਿਨ ਭਗਵੰਤ ਮਾਨ ਹੋਰਾਂ ਦੇ ਵੱਸ ਦਾ ਰੋਗ ਨਹੀਂ ਬਰਖਾਸਤ, ਕਿਉਂਕਿ ਉਹਨਾਂ ਦੀ ਪਹੁੰਚ ਵੱਡੇ ਘਰ ਤੱਕ ਹੈਗੀ। ਚੇਤਨ ਸਿੰਘ ਜੋੜਾ ਮਾਜਰਾ ਸਿਰਫ ਇੱਕੋ ਹੀ, ਜੇ ਬੰਦਾ ਪੜ੍ਹਿਆ ਲਿਖਿਆ ਹੁੰਦਾ ਤੇ ਵਾਕਿਆ ਹੀ ਉਹ ਇਹ ਕੰਮ ਨਾ ਕਰਦਾ। ਉਹ ਕਹਿੰਦਾ ਠੀਕ ਹੈ ਡੀਸੀ ਸਾਹਿਬ, ਆਹ ਗੜਬੜਿਆ, ਤੁਸੀਂ ਕਿੰਨੇ ਪੈਸੇ ਚਾਹੀਦੇ, ਪੈਸੇ ਭੇਜੇ, ਗੰਦੇ ਖਰੀਦੋ ਨਹੀਂ, ਇਹੋ ਜਿਹੇ ਗੰਦੇ ਸੋਭਦੇ ਨਹੀਂ ਹਸਪੀਟਲ ਦੇ। ਗੱਲ ਉਹੀ ਕਰਨੀ, ਸ਼ਬਦ ਉਹੀ ਬੋਲਣੀ ਸੀ, ਲੇਕਿਨ ਉਹ ਉਲਟੇ ਪੁਲਟੇ ਕਰਕੇ ਬੋਲੇ। ਚਲੋ ਮੰਨ ਲਿਆ,
ਤੁਸੀਂ ਚਾਦਰ ਵਿਛੀ ਹੈ, ਗੱਦੇ ਤੇ ਵਿਛੀ ਹੈ, ਤੁਸੀਂ ਵੀਸੀ ਸਾਹਿਬ ਨੂੰ ਕਿਹਾ ਪੈ ਕੇ ਵਿਖਾਓ, ਨਾ ਪੈ ਕੇ ਵਿਖਾਤਾ, ਕੋਈ ਪ੍ਰੋਬਲਮ ਨਹੀਂ। ਇਹਦਾ ਮਤਲਬ ਗੱਦਾ ਠੀਕ ਸੀਗਾ, ਤੁਸੀਂ ਗਲਤ ਸੀ। ਦੂਸਰੀ ਚੀਜ਼, ਚਲੋ ਉਹ ਵਾਈਸ ਚਾਂਸਲਰ ਦੀ ਡਿਊਟੀ ਜਿਹੜੀ ਹੈ ਇਹ ਅਕਾਦਮਿਕ ਪੱਧਰ ਤੇ ਹੁੰਦੀ ਹੈ, ਜਿਹੜੀ ਪ੍ਰਬੰਧਕ ਪੱਧਰ ਦੀ ਸਟੂਡੈਂਟ ਦੀ ਡਿਊਟੀ ਹੁੰਦੀ ਹੈ। ਜਿਹਨੂੰ ਮਰਜ਼ੀ ਪੁੱਛ ਲਓ, ਜਿਹੜੀ ਨਿਜ਼ਮ ਵਾਲੀ ਹੋਵੇ ਉਹ ਵੀ ਚੈੱਕ ਕਰ ਲਓ। ਸੁਪਰਵਿਜ਼ਨ ਜੇ ਉਹਨੂੰ ਆ ਕੇ ਸਟੂਡੈਂਟ ਕਹਿੰਦਾ ਜੀ ਸਾਨੂੰ ਇਹ ਸਮਾਨ ਚਾਹੀਦਾ, ਉਹ ਠੀਕ ਹੈ ਜੀ, ਉਹ ਪਾਸ ਕਰਕੇ ਭੇਜ ਦਿੰਦਾ, ਉਹ ਖਰੀਦਦਾਰੀ ਕਰ ਲੈਂਦੇ ਵੀ ਇਹ ਸਮਾਨ ਚਾਹੀਦਾ। ਹੁਣ ਉਹ ਕੀ ਕਹਿ ਰਹੇ ਨੇ ਵਾਈਸ ਚਾਂਸਲਰ ਸਾਹਿਬ? ਕਹਿੰਦੇ ਅਸੀਂ ਇੱਕ ਪੈਨ ਵੀ ਖਰੀਦਣਾ ਹੋਵੇ ਤੇ ਅੱਜ ਅਸੀਂ ਪ੍ਰਕਿਰਿਆ ਸ਼ੁਰੂ, ਤੇ ਸਾਨੂੰ ਉਹਦੀ ਪ੍ਰਕਿਰਿਆ ਇੰਨੀ ਕੁ ਲੰਮੀ ਕਰਨੀ ਪੈਂਦੀ ਵੀ 9 ਮਹੀਨੇ ਲੱਗਦੇ ਸਾਨੂੰ। ਪਹਿਲੀ ਗੱਲ ਤੇ ਇਹੋ ਜਿਹੇ 9 ਮਹੀਨਿਆਂ ਦਾ ਸਿਸਟਮ ਬੰਦ ਕੀਤਾ ਜਾਣਾ। ਦੂਸਰੀ, ਵੀਸੀ ਕੋਲੇ ਇੱਕੋ ਕਮਰਾ ਨਹੀਂ ਹੈਗਾ, ਵੀਸੀ ਕੋਲੇ ਪੰਜਾਬ ਦੇ ਬਹੁਤ ਸਾਰੇ ਮੈਡੀਕਲ ਕਾਲਜ ਨੇ ਜਿਨ੍ਹਾਂ ਦੇ ਉਹਨਾਂ ਉਹੀ ਪ੍ਰਬੰਧ ਵੇਖਣਾ। ਇੱਥੇ ਹੇਰਾਫੇਰੀ ਨਾ ਹੋਵੇ, ਇੱਥੇ ਕਿਤੇ ਪੇਪਰ ਵਿੱਚ ਗੜਬੜ ਨਾ ਹੋਵੇ। ਜਿਹੜਾ ਬੰਦਾ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਆਪਣੇ ਦਫ਼ਤਰ ਬਹਿ ਕੇ ਕੰਮ ਕਰਦਾ, ਉਹਨੂੰ ਤੁਸੀਂ ਗਲਤ ਕਿਵੇਂ ਕਹਿ? ਚਲੋ ਮੰਨ ਲਿਆ ਉਹਦੀ ਸੁਭਾਅ ਮਾੜਾ ਵਾ, ਕਰੈਕਟ, ਕਈ ਗੱਲਾਂ ਹੁੰਦੀਆਂ ਉਹ ਆਪਣੇ ਸੁਭਾਅ ਦੇ ਹੁੰਦਾ। ਅੱਜ ਉਹ ਬੰਦੇ ਨੇ ਰਿਜ਼ਾਈਨ ਕੀਤਾ, ਉਹ ਛੱਡ ਕੇ ਜਾਏਗਾ, ਉਹਨੂੰ ਕੋਈ ਵਿਦੇਸ਼ੀ ਯੂਨੀਵਰਸਿਟੀ ਲੈ ਜਾਏਗੀ, ਤੁਹਾਨੂੰ ਵਾਈਸ ਚਾਂਸਲਰ ਬਣਾਉਣੇ ਵਾਲੀ ਕਿੰਨੇ ਪੈਸੇ ਲੱਗੇ। ਪੱਟੀ ਸਾਹਿਬ ਇੱਕ ਮੇਰੇ ਦਿਲ ਦੀ ਗੱਲ ਤੁਸੀਂ ਚੱਕ ਲਈ। ਮੈਂ ਸੋਚ ਰਿਹਾ ਸੀ ਆ ਜਿਹੜੀ ਮੈਂ 골ਡ ਮੈਡਲ ਵਾਲੀ ਗੱਲ ਕੀਤੀ ਹੈ, ਕਿ ਮੈਂ ਲੜਕੀ ਦੇਖ ਰਿਹਾ ਸੀ ਭੁੱਖੀ ਪਿਆਸੀ ਰਹਿ ਕੇ ਮੈंने 골ਡ ਮੈਡਲ ਲਿਆ ਹਨਾ, ਉਹ ਰੁੱਖੀਆਂ ਸੁੱਖੀਆਂ ਖਾ ਕੇ ਵੀ ਹਾਕੀ ਦੇ ਵਿੱਚ ਵੀ ਮਤਲਬ ਸਾਡੀਆਂ ਬੱਚੀਆਂ ਦੀ ਦਿਖਾਈ ਡਾਕੂਮੈਂਟਰੀ ਵੀ ਇਲਾਕੇ ਦੇ ਲੋਕ ਕਿਵੇਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਟਰੀਟ ਕਰਦੇ ਆ। ਜੇ ਕੋਈ ਬਾਹਰਲਾ ਕੰਟਰੀ ਅੱਜ ਸਾਡੇ ਜਿੱਦਾਂ ਬੱਚੇ ਪੰਜਾਬ ਤੋਂ, ਹਰਿਆਣੇ ਤੋਂ ਜਾਂ ਹੋਰਨਾਂ ਸੂਬਿਆਂ ਤੋਂ ਇੱਧਰ ਆਉਣ ਨੂੰ ਤਿਆਰ ਨੇ। ਮੈਂ ਬਾਕੀ ਇੱਕ ਦਿਨ ਇਹ ਵੀ ਗੱਲ ਕਹੀ ਸੀ, ਮਾਫ ਕਰਨਾ ਕਿਸੇ ਨੂੰ ਗੁੱਸਾ ਨਾ ਲੱਗੇ, ਜਿਵੇਂ ਅਫਗਾਨਿਸਤਾਨ ਦੇ ਵਿੱਚ ਜਹਾਜ਼ ਰੁਕਿਆ ਸੀ ਨਾ, ਉੱਥੇ ਉਹਨਾਂ ਨੇ ਲਿਆ ਕੇ ਗਏ ਸੀਗੇ ਮਿਲਟਰੀ ਵਾਲੇ। ਸਾਡੇ ਪੰਜਾਬ ਤੋਂ ਛੱਡੋ, ਹਰਿਆਣਾ ਛੱਡ ਦਿਓ, ਯੂਪੀ ਛੱਡ ਦਿਓ, ਯੂਪੀ ਦੇ ਖਿਲਾਰ ਦਿਓ, ਇੱਕ ਬੰਬੇ ਖਿਲਾਰ ਦਿਓ, ਇੱਕ ਤੁਸੀਂ ਕੋਲਕਾਤਾ ਖਿਲਾਰ ਦਿਓ। ਜਿਹੜਾ ਸਭ ਤੋਂ ਵਧੀਆ ਮਤਲਬ ਸੂਬਾ ਨਾ ਵੀ ਇਹ ਬਹੁਤ ਮਤਲਬ ਪੜ੍ਹਿਆ ਲਿਖਿਆ ਦਾ, ਇੱਥੇ ਜੌਬ ਦੀ ਕੋਈ ਪ੍ਰੋਬਲਮ ਨਹੀਂ, ਇੱਥੇ ਲੋਕ ਬੜੇ ਖੁਸ਼, ਉੱਥੇ ਜਾ ਕੇ ਖਿਲਾਰ ਦਿਓ ਪਈ ਕੈਨੇਡਾ ਵਾਲੇ ਤੁਹਾਨੂੰ ਲੈ ਕੇ ਜਾਂਦੇ ਹੀ ਤੁਹਾਨੂੰ ਉੱਥੇ ਜਿਹੜੀ ਆ PR ਮਿਲਣੀ ਆ। ਤੇ ਬੰਦਾ ਬੰਦੇ ਨੂੰ ਮਾਰ ਕੇ ਨਾ ਜਹਾਜ਼ ਚੜੂ, ਦੱਸਿਓ ਤੁਸੀਂ ਮੈਨੂੰ। ਪੰਜਾਬ 'ਚ ਨਾ ਖਿਲਾਫ, ਪੰਜਾਬ ਵਾਲਿਆਂ ਤੇ ਆਉਣਾ ਹੀ ਆਉਣਾ। ਇਹਨਾਂ ਨੇ ਤੇ ਬਾਏ ਹੁੱਕ ਬਾਏ ਕਰੁੱਕ ਜਿਹਨੇ ਆਉਣਾ ਨਾ ਧਾਰ ਲਿਆ ਵੀ ਮੈਂ ਜਾਣਾ ਅਮਰੀਕਾ ਕੈਨੇਡਾ, ਉਹ ਡੌਂਕੀਆਂ ਡੂਕ ਸ਼ੌਂਕਿਆਂ ਤੋਂ ਵੀ ਨਹੀਂ ਡਰਦੇ, ਉਹ ਪੈਸੇ ਤੋਂ ਵੀ ਨਹੀਂ ਡਰਦੇ, ਉਹ ਕਰਜ਼ੇ ਤੋਂ ਵੀ ਨਹੀਂ ਡਰਦੇ। ਉਹਨਾਂ ਨੇ ਕਹਿਣਾ ਮੈਂ ਜਾਣਾ ਕੈਨੇਡਾ, ਉਹਨੇ ਚੱਲ ਜਾਣਾ, ਹਰ ਤਰੀਕੇ ਨਾਲ ਚੱਲ ਜਾਣਾ। ਮਾਫ ਕਰਨਾ, ਸੱਚਾਈ ਹੋਰ ਬੋਲ ਦੇਣਾ, ਭਾਵੇਂ ਪਿਓ ਧੀ ਨਾਲ ਵਿਆਹ ਕਰਕੇ ਕਿਉਂ ਨਾ ਆ ਜਾਵੇ, ਗੁਰੂ ਗ੍ਰੰਥ ਸਾਹਿਬ ਜੀ ਲਾਵਾਂ ਫੇਰੇ ਲੈ ਕੇ, ਭਰਾ ਭੈਣ ਨਾਲ ਵਿਆਹ ਕਰਾ ਕੇ ਕਿਉਂ ਨਾ ਆ ਜਾਵੇ। ਜਿਹਨੇ ਧਾਰ ਲਈ ਉਹਨੇ ਆਉਣਾ ਹੀ ਆਉਣਾ। ਅੱਜ ਜੇ ਤੁਸੀਂ ਉੱਥੇ ਖਿਲਾਰ ਦਿਓ, ਜਾ ਕੇ ਦੋ, ਇਹਨਾਂ ਲੀਡਰਾਂ ਦੀ ਬਦੌਲਤ ਤੋਂ ਲੋਕ ਉੱਥੋਂ ਭੱਜਣ ਨੂੰ ਤਿਆਰ ਨੇ। ਤੇ ਉਹੀ ਜਿਹੜੀ ਤੁਸੀਂ ਗੱਲ ਕਹੀ ਆ ਕਿ ਹੁਣ ਆ ਜਿਹੜੇ ਦੇਸ਼ ਵਾਸਤੇ 골ਡ ਮੈਡਲ ਲੈ ਕੇ ਆਉਂਦੇ ਨੇ, ਉਹਨਾਂ ਨੂੰ ਜੇ ਸਤਿਕਾਰ ਨਹੀਂ ਮਿਲਦਾ ਜਾਤੀ ਦੇ ਆਧਾਰ ਦੇ ਉੱਤੇ, ਤੇ ਬਾਹਰਲਾ ਕੰਟਰੀ ਕਵੇ ਆਓ ਤੁਹਾਨੂੰ ਅਸੀਂ ਇੱਥੇ ਦਿੰਨੇ ਸਭ ਕੁਝ, ਸੁੱਖ ਸਹੂਲਤਾਂ ਦੇਵਾਂਗੇ, ਘਰ ਵੀ ਦੇਵਾਂਗੇ, ਰਹਿਣ ਸਹਿਣ ਵੀ ਦੇਵਾਂਗੇ, ਤੁਹਾਡਾ ਖਿਆਲ ਵੀ ਰੱਖਾਂਗੇ, ਸਮੇਤ ਪਰਿਵਾਰ ਆਓ, ਤੇ ਫੇਰ ਕਹਿਣਾ ਜੀ ਵੇਖੋ ਕੰਟਰੀ ਸਾਡੇ ਨਾਲ ਧੱਕਾ ਕਰਦੀ ਹੈ। ਤੇ ਜਿਹੜਾ ਤੁਸੀਂ ਹੁਣ ਗੱਲ ਕੀਤੀ ਹੈ ਕਿ VC ਸਾਹਿਬ ਦੀ, ਮੈਂ ਕਹਿੰਦਾ ਠੀਕ ਹੈ ਜੀ, ਉਹ 'ਚ ਖਰਾਬੀਆਂ ਸੀ, ਜੇ ਉਹਨੇ ਧੱਕੇ ਕੀਤੇ ਆ, ਉਹਨੇ ਕੋਈ ਕਰਪਟ ਕੀਤਾ ਵਾ, ਉਹ ਤੇ ਕੇਸ ਚਲਾਓ, ਫੜੋ, ਬਾਕੀ ਕੇਸ ਵੀ ਫੜ ਦਿਓ, ਕਰੋ। ਜੇ ਅੱਜ ਉਹਨੂੰ ਕੋਈ ਬਾਹਰਲੀ ਕੰਟਰੀ ਜਿਵੇਂ ਤੁਸੀਂ ਕਹਿ ਰਹੇ ਹੋ ਲੈ ਲੈਂਦੀ ਹੈ, ਤੇ ਫੇਰ ਕੀ ਜਵਾਬ ਦੇਣਗੇ? ਤਰੀਕਾ ਥੋੜਾ ਜਿਹਾ ਸਖਤ ਸੀਗਾ। ਗੱਲ ਮਾਨ ਸਾਹਿਬ ਦੇ ਵੇਖੋ ਕਹਿਣ ਵਾਂਗੂ ਸਮਝਾਈ ਜਾ ਸਕਦੀ, ਮਤਲਬ ਸੁਲਝ ਸਕਦੀ ਸੀਗੀ। ਜਿਸ ਤਰੀਕੇ ਦੇ ਨਾਲ ਕੀਤਾ ਗਿਆ ਉਹ ਠੀਕ ਨਹੀਂ ਸੀ। ਜੇ ਉਹ ਲੰਮੇ ਪੈ ਗਿਆ ਤਾਂ ਮਤਲਬ ਪੈ ਗਿਆ, ਮਤਲਬ ਠੀਕ ਆ। ਡਾਕਟਰ ਹਰਗੋਬਿੰਦ ਖੁਰਾਨਾ ਤੁਸੀਂ ਨਾਮ ਸੁਣਿਆ ਹੋਏਗਾ, ਜਿਹਨੇ ਸਾਡੇ ਸਰੀਰ ਦੇ ਵਿੱਚ ਸੈੱਲ ਦੀ ਖੋਜ ਕੀਤੀ। ਉਹਨੇ ਇੰਡੀਆ ਗਵਰਨਮੈਂਟ ਨੂੰ ਕਿਹਾ ਵੀ ਮੈਂ ਆਹ ਖੋਜ ਕਰਨੀ ਚਾਹੁੰਦਾ, ਇੱਥੋਂ ਦੇ ਵਿਗਿਆਨੀਆਂ ਨੂੰ ਕਿਹਾ ਵੀ ਮੈਨੂੰ ਇੱਕ ਲੈਬ ਚਾਹੀਦੀ ਹੈ, ਤੇ ਕਹਿੰਦੇ ਜਾ ਕੰਮ ਕਰ ਜਾ ਕੇ ਸਾਡਾ ਕੋੜਾ ਤੇ ਬਰਬਾਦ ਕਰ ਦੇ। ਉਹ ਕਹਿੰਦਾ ਠੀਕ, ਕੋਈ ਗੱਲ ਨਹੀਂ। ਉਹਨੇ ਆਪਣਾ ਪਾਸਪੋਰਟ ਬਣਾਇਆ, ਇਸੇ ਤਰੀਕੇ ਨਾਲ ਅਮਰੀਕਾ ਪਹੁੰਚ ਗਿਆ। ਉੱਥੇ ਜਾ ਕੇ ਵਿਗਿਆਨੀਆਂ ਨੇ ਉਸਦੀ ਸਰਕਾਰ ਨੂੰ ਗੱਲ ਦੱਸੀ ਕਿ ਮੈਂ ਆਹ ਜਿਹੜਾ ਨਾ ਆਪਾਂ ਖੋਜ ਕਰਨਾ ਚਾਹੁੰਦਾ।
ਉਹਨਾਂ ਦੇ ਗੱਲ ਮੰਦਰਾ ਜੀ ਨੂੰ ਲਾਜ ਬੜਾਤੀ ਫਟਾਫਟ ਚੁੱਕਣ ਦੀ ਲੈ ਬਣਾ ਦਿੱਤੀ। ਤੇ ਡਾਕਟਰ ਹਰਗੋਬਿੰਦ ਖੁਰਾਨਾ ਨੇ ਜਾ ਕੇ USA ਦੇ ਵਿੱਚ ਜਿਹੜਾ ਸੀ ਉਹ ਉਹਦੀ ਖੋਜ ਕੀਤੀ। ਜਦੋਂ ਖੋਜ ਕੀਤੀ ਮੁੜ ਕੇ ਕਹਿੰਦੇ ਡਾਕਟਰ ਹਰਗੋਬਿੰਦ ਸਾਡਾ ਇੰਡੀਆ ਦਾ ਭਾਈ, ਜਿੱਥੇ ਇੰਡੀਆ ਦੀ ਉਹਦੇ ਕਿਸੇ ਦੀ ਕਦਰ ਨਹੀਂ ਕੀਤੀ, ਹੁਣ ਕਿ ਇੰਡੀਆ ਦਾ ਸਾਡਾ। ਇਹਨਾਂ ਕਿਸੇ ਨਾ ਕਿਸੇ ਤਰੀਕੇ ਉਹਨੂੰ ਲਿਆ ਕੇ ਇੱਥੇ ਪ੍ਰਬੰਧਕੀ ਜੌਬ ਦਿੱਤੀ, ਜਿਹੜਾ ਕੰਮ ਦੇਣਾ ਸੀ ਉਹਨੂੰ ਦਿੱਤਾ, ਪ੍ਰਬੰਧਕੀ ਜੌਬ ਦਿੱਤੀ, ਐਡਮਿਨਿਸਟ੍ਰੇਟਿਵ ਜੌਬ ਦਿੱਤੀ ਕਿ ਤੁਸੀਂ ਉੱਥੇ ਕਰੀ ਸਕਦੇ। ਲਿਖਿਆ ਹੁੰਦਾ ਸੀ ਡਾਕਟਰ ਹਰਗੋਬਿੰਦ ਖੁਰਾਨਾ ਆਫ USA ਬਾਈ ਇੰਡੀਆ। ਹੁਣ ਜਿਹੜੀ ਗੱਲ ਆਪਾਂ ਇਹ ਕਰਦੇ ਇਹਨਾਂ ਦੀ ਕਿ ਡਾਕਟਰ ਸਾਹਿਬ ਦੀ ਕਿਤੇ ਵਿਦੇਸ਼ੀ ਯੂਨੀਵਰਸਿਟੀ ਚਲੇ ਗਏ, ਉਹਨਾਂ ਨੂੰ ਉੱਥੇ ਵਧੀਆ ਜੌਬ ਮਿਲੀ, ਇਹ 'ਚ ਕੋਈ ਦੋ ਰਵਾਂ ਨਹੀਂ। ਸਾਡੇ ਅੰਮ੍ਰਿਤਸਰ ਦੇ ਵਿੱਚ ਡਾਕਟਰ ਫਰੀਨ ਹੁੰਦਾ ਸੀ ਜਿੱਥੇ ਕਿਡਨੀ ਕਾਰਡ ਬਣਿਆ ਸੀ, ਸਾਨੂੰ ਯਾਦ ਹੋਏ। ਉਹਦੇ ਵਿੱਚ ਸਜ਼ਾ ਵੀ ਹੋਈ ਸੀ, ਉਹਦੀ ਗਲਤ ਕੰਮ ਬੜੇ ਕੀਤੇ ਸੀ, ਬੜੇ ਬੰਦੇ ਮਾਰੇ ਸੀ, ਲੇਕਿਨ ਫਿਰ ਵੀ ਉਹਦੀ ਵਿਦੇਸ਼ਾਂ 'ਚ ਕਦਰ ਸੀਗੀ। ਵਿਦੇਸ਼ਾਂ ਦੇ ਬਹੁਤ ਸਾਰੇ ਹਸਪੀਟਲ ਬੁਲਾਉਂਦੇ ਸੀ ਵੀ ਡਾਕਟਰ ਸਾਹਿਬ ਆਓ ਸਾਡਾ ਆਪਰੇਸ਼ਨ ਕਰ ਦਿਓ ਕਿਡਨੀ। ਜਿਹਦੇ ਕੋਲੇ ਇਹੋ ਜਿਹਾ ਹੁਨਰ ਹੈ ਜੀ ਉਹਨੂੰ ਲੋਕੀ ਕਦਰ ਕਰਦੇ ਆ। ਤੇ ਹੁਣ ਡਾਕਟਰ ਸਾਹਿਬ ਇਹ ਗੱਲ ਕਹਿੰਦੇ ਵੀ ਦੱਸੋ ਮੈਂ ਕਿਵੇਂ ਵਾਪਸ ਕਰਨਾ ਜੀ, ਜਿਹੜੀ ਮੇਰੀ ਬੇਇੱਜ਼ਤੀ ਕੀਤੀ ਨਾ ਉੱਥੇ ਜਾ ਕੇ ਕਿਵੇਂ ਮੂੰਹ ਕੁਰਸੀ ਉੱਤੇ, ਕੀ ਮੇਰੀ ਜ਼ਮੀਰ ਆਗਿਆ ਦੇਊਗੀ ਮੈਨੂੰ? ਮੁੱਖ ਮੰਤਰੀ ਸਾਹਿਬ ਨੇ ਭਾਵੇਂ ਆਪਣੀ ਚਲੋ ਕਹਿ ਦਿੱਤਾ ਕਿ ਇਹ ਮਾੜੀ ਗੱਲ ਘਟਨਾ ਵਾਪਰੀ, ਲੇਕਿਨ ਮੁੱਖ ਮੰਤਰੀ ਜੀ ਸਾਹਿਬ ਦੇ ਕੋਲੇ ਇਹ ਬੜਾ ਤਕੜਾ ਇੰਤਜ਼ਾਮ, ਉਹ ਮੰਤਰੀ ਨੂੰ ਬਰਖਾਸਤ ਵੀ ਕਰ ਸਕਦੇ, ਤੂੰ ਅਸਤੀਫਾ ਵੀ ਲੈ ਸਕਦੇ, ਉਹਦਾ ਮਹਿਕਮਾ ਵੀ ਚੇਂਜ ਕਰ ਸਕਦੇ। ਹੁਣ ਜੇ ਚੇਤਨ ਸਿੰਘ ਸਮਾਉ ਉਹਨਾਂ ਨੇ ਇਹ ਕੀਤਾ, ਜੜਾ ਮਾਜਰਾ ਨੇ ਕੀਤਾ ਹੈ, ਚਾਹੀਦਾ ਸਾਹਮਣੇ ਕੀ ਗੱਲ ਕਰੇ, ਕਿਉਂ ਨਹੀਂ ਕਰਦੇ? ਕਿਉਂ ਕਾਤਵਾਸ ਹੋਏ? ਕਿਉਂ ਆਪਣੇ ਛੋੜੀਆਂ ਕੋਲ ਜਿਹੜੇ ਬਿਆਨ ਦਵਾਉਂਦੇ ਕੀ ਲੋੜ ਉਹਨਾਂ ਦੇਣ ਦੀ? ਸਾਹਮਣੇ ਉਹ ਕੋਈ ਗੱਲ ਨਹੀਂ, ਫੇਸ ਕਰੋ। ਜੇ ਗਲਤੀ ਹੋ ਗਈ ਕਹਿ ਦੇ ਵੀ ਗਲਤੀ ਹੋ ਗਈ, ਕੁਝ ਨਹੀਂ, ਡਾਕਟਰ ਸਾਹਿਬ ਮੇਰੇ ਸਤਿਕਾਰਯੋਗ ਨੇ, ਫਿਰ ਕੀ ਐਡੀ ਕਿਹੜੀ ਗੱਲ ਹੈਗੀ? ਤੁਹਾਡੀ ਉਮਰ ਤੋਂ ਲੈ ਕੇ ਡਬਲ ਉਮਰ ਹੋਣੀ ਹੈ, 71-72 ਸਾਲ ਦੇ ਹੈਗੇ ਨੇ। ਤੇ ਬਜ਼ੁਰਗਾਂ ਕੋਲ ਜੇ ਕਹਿ ਜੀ ਮਾਫੀ ਮੰਗ ਲੈਣੀ ਤੇ ਉਹ ਡਾਕਟਰ ਸਾਹਿਬ ਮੇਰੇ ਖਿਆਲ ਸ਼ਾਇਦ ਤੁਹਾਨੂੰ ਮਾਫ ਵੀ ਕਰ ਦੇਣਗੇ, ਤੁਹਾਡੇ ਗਲੇ ਲੱਗ ਕੇ ਜਿਹੜਾ ਸੀ ਆਪਣਾ ਦੁੱਖ ਹੀ ਪ੍ਰਗਟ ਕਰ ਲੈਣਗੇ। ਇਸ ਕਰਕੇ ਜਿਹੜਾ ਵਾ ਇੰਨੀ ਪ੍ਰੈਸਟੀਜ ਨਾ ਬਣਾਓ, ਜੇ ਕੰਮ ਕਰਨਾ ਤੇ ਜੇ ਨਹੀਂ ਕਰਨਾ ਤੇ ਠੀਕ ਆ, ਜੋ ਚੱਲਦਾ ਚੱਲੀ ਜਾਣਗੇ। ਚਲੋ ਅਗਲੀ ਕਾਲ ਤੇ ਚੱਲਦੇ ਹਾਂ ਜੀ। ਹੈਲੋ ਪੱਟੀ ਸਾਹਿਬ ਤੇ ਚਾਵਲਾ ਸਾਹਿਬ, ਸਤਿ ਸ਼੍ਰੀ ਅਕਾਲ। ਚਾਵਲਾ ਸਾਹਿਬ ਤੁਸੀਂ ਸੱਚੇ ਹੁੰਨੇ, ਆਕੜ ਜਾਂਦੇ ਆ। ਹੁਣ ਮੈਂ ਤੁਹਾਨੂੰ ਇਹਦੀ ਮਿਸਾਲ ਦਿੰਦਾ, ਉਹ ਲੇਟ ਗਏ ਵੀ ਸੀ ਸਾਹਿਬ, ਉੱਠ ਕੇ ਉਹ ਕਹਿੰਦੇ ਜਨਾਬ ਮੈਂ ਤੁਹਾਡਾ ਹੁਕਮ ਲਿਆ, ਮੰਨ ਲਿਆ ਹੋਏ ਕਲਰਕਾ, ਉਹ ਫਾਈਲ ਜਿਹੜੀ ਆਪਾਂ ਡਿਮਾਂਡ ਕੀਤੀ ਸੀ, ਜੇ ਤਾਂ ਡਿਮਾਂਡ ਕੀਤਾ ਹੁੰਦਾ ਸਮਾਨ ਨਹੀਂ ਸੀ ਮਿਲਿਆ ਫਿਰ ਤਾਂ ਸਹੀ ਸੀ, ਤੇ ਜੇ VC ਸਾਹਿਬ ਸਹੀ ਹੈਗਾ ਜਾਂ ਮੈਂ ਨਹੀਂ ਇਹ ਲੇਟਣਾ ਇਹਦੇ ਤੇ, ਆਹ ਚੱਕ ਮੇਰਾ ਅਸਤੀਫਾ। ਉਹ ਕੋਈ ਨਾ ਕੋਈ ਗੱਲ ਹੋਊ ਤਾਂ ਹੀ ਇਹਦਾ ਉਹ ਚੁੱਪ ਜੇ ਕਰ ਗਏ ਨਾ ਚਾਵਲਾ ਸਾਹਿਬ, ਕੋਈ ਨਾ ਕੋਈ ਕਮੀ। ਥੋੜੇ ਦਿਨ ਪਹਿਲਾਂ ਇੱਕ ਝਾੜੂ ਵਾਲੇ ਨੂੰ ਬੁਲਾਇਆ ਸੀ ਕਿਤੇ ਜਾ ਕੇ, ਉਹ ਕਹਿੰਦਾ ਉਹ ਕਹਿੰਦੀ ਦੇਖੋ ਜਨਾਬ ਇੱਥੇ ਝਾੜੂ ਵਾਲੇ 4 ਅਥਰਾਈਜ਼, ਮੈਂ ਕੱਲੀ ਆ, ਬੁੱਢੀ ਹੋ ਗਈ, ਵਿੰਗੀ ਹੋ ਗਈ, ਆਹ ਚੱਕੋ ਆਪਦਾ ਝਾੜੂ, ਮੈਨੂੰ ਪੈਨਸ਼ਨ ਦੇ ਦਿਓ। ਠੀਕ ਹੈ, ਮੈਂ ਤੁਹਾਡੇ ਨਾਲ ਗੱਲ ਸਹਿਮਤ ਹਾਂ ਜੀ, ਮੈਂ ਕੋਈ ਆਰਗੂਮੈਂਟ ਨਹੀਂ ਕਰੂੰਗਾ। ਤੁਸੀਂ ਆਖਰ ਕੇ ਗੱਲ ਕਰਦੇ ਆ ਨਾ, ਸੱਚੇ ਸੁੱਚੇ ਕਰ, ਗੁੱਸਾ ਨਾ ਕਰੋ। ਕੈਪਟਨ ਸਾਹਿਬ ਤੁਹਾਡੀ ਪੂਰੀ ਗੱਲ ਸੁਣ ਲਈ ਨਾ, ਕੱਟੀ ਜਣੇ ਤੁਸੀਂ ਤੁਹਾਡੀ ਆਕੜ ਕੇ ਮੈਂ ਕਰਦਾ ਗੱਲ, ਤੇ ਇੱਕ ਮਿੰਟ ਸੁਣੋ ਮੇਰੀ ਗੱਲ, ਠੀਕ ਹੈ? ਅਚਨਚੇਤ ਜਦੋਂ ਇਹੋ ਜਿਹੀ ਸਿਚੁਏਸ਼ਨ ਹੋ ਜਾਵੇ, ਮੈਂ ਡਾਕਟਰ ਸਾਹਿਬ ਦੇ ਕੋਈ ਹੱਕ 'ਚ ਨਹੀਂ ਬੋਲੀ, ਨਾ ਮੈਂ ਬੋਲਿਆ ਹੀ ਆ। ਕੀਦਾ ਸਾਹਿਬ ਨਾਲ ਬਹਿਸ ਹੋਈ, ਮਾਮੂ ਜੀ ਆਏ ਔਰ ਪੱਟੀ ਸਾਹਿਬ ਨਾਲ ਵੀ ਗੱਲ ਕੀਤੀ ਤੇ ਮਿੰਟੂ ਜੀ ਨਾਲ ਵੀ ਗੱਲ ਕੀਤੀ। ਮੈਂ ਕਿਹਾ ਜੀ ਠੀਕ ਆ, ਜੇ ਉਹਨਾਂ ਨੂੰ ਦੂਸਰੇ ਤਰੀਕੇ ਨਾਲ ਸਮਝਾ ਦਿੱਤਾ, ਉਹਦੀ ਕੁਆਲੀਫਿਕੇਸ਼ਨ, ਉਹਦੀ ਐਜੂਕੇਸ਼ਨ, ਉਹਦਾ ਐਕਸਪੀਰੀਅੰਸ ਉਹ ਦੇਖ ਕੇ, ਉਹਦਾ ਉਮਰ ਦੇਖ ਕੇ ਉਹਦੇ ਨਾਲ ਜੇ ਉਦਣ ਤਰੀਕੇ ਨਾਲ ਉਹੀ ਗੱਲ ਤੁਹਾਡੇ ਭਗਵੰਤ ਮਾਨ ਜੀ ਨੇ ਵੀ ਉਹੀ ਗੱਲ ਕਹਿਤੀ ਆ, ਮੈਂ ਸਲੂਟ ਕਰਦਾ ਉਹਦੀ ਸੋਚ ਨੂੰ, ਚਾਹੇ ਉਹਦੇ ਸਲਾਹਕਾਰ ਚੰਗੇ ਨੇ ਜਿਨ੍ਹਾਂ ਨੇ ਸਲਾਹ ਦੇ ਦਿੱਤੀ। ਮੈਂ ਆਕੜ ਕੇ ਗੱਲ ਕਰਦਾ ਤੇ ਮੈਂ ਇਹ ਵੀ ਗੱਲ ਕਹਿ ਦਵਾਂ, ਅਚਨਚੇਤ ਤੁਹਾਨੂੰ ਮੈਂ 2 ਸਵਾਲ ਕਹਿ ਦਵਾਂ ਨਾ, ਜਦੋਂ ਤੁਸੀਂ ਕਿਹਾ ਸੀਗਾ ਕਿ ਮੈਂ ਸਭ ਤੋਂ ਪਹਿਲਾਂ ਪੈਸੇ ਇਕੱਠੇ ਕੀਤੇ ਤੇ ਅੱਜ ਮੈਂ ਉਦੋਂ ਬਾਅਦ ਪਛਤਾਉਣਾ, ਤੇ ਯਕਦਮ ਤੁਹਾਨੂੰ ਵੀ ਜਵਾਬ ਨਹੀਂ ਹੈ, ਅਗਲੇ ਦਿਨ ਤੁਸੀਂ ਜਵਾਬ ਦਿੱਤਾ ਸੀ। ਇਹ ਗੱਲਾਂ ਇੱਕ ਮਿੰਟ ਅਚਨਚੇਤ ਜਦੋਂ ਇਹੋ ਜਿਹਾ ਏਡੇ ਵੱਡੇ ਕੱਦ ਵਾਲੇ ਡਾਕਟਰ ਨਾਲ, ਜਿਵੇਂ ਪੱਟੀ ਸਾਹਿਬ ਦੱਸ ਕੇ ਹਟੇ ਨੇ ਕਿ ਇੱਕ ਨਹੀਂ ਅਨੇਕਾਂ ਅਦਾਰੇ ਉਹਨਾਂ ਦੇ ਕੋਲ ਨੇ, ਭਾਈ ਕਰਪਸ਼ਨ ਉੱਥੇ ਹੈ। ਮੈਂ ਨਹੀਂ ਕਹਿੰਦਾ ਕਿ ਉਹ ਦੁੱਧ ਧੋਤਾ ਹੈ, ਨਾ ਮੈਂ ਉਦਣ ਕਿਹਾ ਸੀ ਨਾ ਮੈਂ ਅੱਜ ਕਿਹਾ, ਮੈਂ ਉਸੇ ਗੱਲ ਨਾਲ ਕਿ ਠੀਕ ਹੈ, ਮੈਂ ਤੁਸੀਂ ਦੁਪਹਿਰੇ ਨੇ ਹੁਣ ਨਹੀਂ ਸੁਣੀ ਗੱਲ, ਲਾਤੋਂ ਕੇ ਬੂਧ ਬਾਤੋਂ ਸੇ ਨਹੀਂ ਮਾਨਤੇ, ਮੈਂ ਇਹ ਗੱਲ ਵਰਤ ਚੁੱਕਾ ਅੱਜ ਦੇ 4 ਘੰਟੇ ਸ਼ੋਅ 'ਚ ਨਹੀਂ। ਤੇ ਕੈਪਟਨ ਸਾਹਿਬ ਆ 12:05 ਤੋਂ ਬਾਅਦ ਫੇਰ ਸੁਣ ਲਿਓ, ਸ਼ੋਰ ਰਿਪੀਟ ਹੋਣਾ ਮੇਰਾ,
ਤੇ ਕੱਲ ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ ਫੇਰ ਰਿਪੀਟ ਹੋਣਾ ਵਾ। ਉਹ ਸੁਣ ਲਿਓ, ਜੇ ਨਾ ਬੋਲੀ ਹੋਊਗੀ ਨਾ ਗੱਲ ਮੈਂ ਇਹ, ਤੇ ਤੁਹਾਡੀ ਜੁੱਤੀ ਤੇ ਮੇਰਾ ਸਿਰ। मैं ये बोल चुका कि बातों के लातों के भूत बातों से नहीं मानते, पर प्यार नाल जिस तरीके नाल कहंदे भी दसो तारी लिस्ट की आ, तुहानू चीज़ां जिहड़ी चाहीदियां वीसी साहब जे अगली वारी होया ते मैं मेरे तो बुरा कोई नहीं। ये बोल चुका मैं। अंग्रेजां दे टाइम दा हस्पताल है, कोई नहीं सी सौंदा, हुण तिन्ने डॉक्टर रात नूं उत्थे रहिंदे नहीं, मोगे आके प्रैक्टिस करदे हुंदे सी। भारी भारी ਇਹ ਹੇਠੋਂ ਉੱਤੇ ਸਾਰੇ ਹੀ ਕਰਪਟਾ ਵਾ। ਤੁਸੀਂ ਕਿਹਨੂੰ ਬਖਸ਼ੋਗੇ? ਮੈਂ ਹੁਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਬਾਰੇ ਗੱਲ ਕੀਤੀ ਨਾ, SSRO ਸਾਹਿਬ ਦੀ, ਕੋਈ ਬਚਿਆ ਹੋਊਗਾ? ਪੱਟੀ ਸਾਹਿਬ ਨੂੰ ਦੱਸਿਓ ਜਿਸ ਤਰੀਕੇ ਦੇ ਨਾਲ ਹਾਲਾਤ ਨੇ। ਕੋਈ ਹੋਊਗਾ, ਕੋਈ ਮਾਈ ਦਾ ਲਾਲ ਹੋਊਗਾ, ਮੈਂ ਕਿਹਾ 18 19 ਸਾਲ ਦਾ 20 ਸਾਲ ਦਾ ਬੱਚਾ ਕੋਈ ਬਚੂਗਾ? 30 ਸਾਲ ਤੱਕ ਕਿੰਨੇ ਹੈ ਜਿਹੜਾ ਕੋਈ ਨਾ ਕੋਈ ਉੱਥੇ ਮਾੜਾ ਮੋਟਾ ਕੋਈ ਉੱਥੇ ਜੇ ਨਹੀਂ ਵੀ ਕੀਤਾ ਤੇ ਫਸਿਆ ਜ਼ਰੂਰ ਹੋਊਗਾ। ਕਿਉਂ ਪੱਟੀ ਸਾਹਿਬ ਜਿਹੜੇ ਹੁਣੇ ਚੋਣਾਂ ਬਾਰੇ ਮੈਂ ਪਰਸ ਹੁਣੇ ਸਵੇਰੇ ਵਾਈਸ ਚਾਂਸਲਰ ਸੀਗੇ ਜੈ ਰੂਪ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੀਗੇ। ਉਹਨਾਂ ਨੇ ਕਿਹਾ ਸੀ ਵੀ ਮੈਂ ਜਿੰਨ ਚਿਰ ਵਾਈਸ ਚਾਂਸਲਰ ਇੱਥੇ ਪੋਲੀਟੀਕਲ ਬੰਦਾ ਕੋਈ ਨਹੀਂ ਆਏਗਾ, ਕੋਈ ਬੰਦਾ ਨਹੀਂ ਬਣੇਗਾ। ਤੇ ਸਾਡੀ ਯੂਨੀਵਰਸਿਟੀ ਸਾਡਾ ਚਾਂਸਲਰ ਹੈਗਾ, ਅਸੀਂ ਜਵਾਬ ਦੇਗੇ ਸਿਰਫ ਗਵਰਨਰ ਨੂੰ, ਅਸੀਂ ਮੰਤਰੀ ਨੂੰ ਜਵਾਬ ਦੇ ਨਹੀਂ ਹੈਗੇ। ਇੱਕ ਮੰਤਰੀ ਨੇ ਬਕਾਇਦਾ ਤੌਰ ਤੇ ਲੈਟਰ ਲਿਖੀ ਤੇ ਆਪਾਂ ਦਬਾਅ ਵੀ ਪਾਇਆ ਵੀ ਵਾਈਸ ਚਾਂਸਲਰ ਕੋਈ ਅਸੀਂ ਟੂਰਨਾਮੈਂਟ ਕਰਾਉਣਾ, ਸਾਨੂੰ ਯੂਨੀਵਰਸਿਟੀ ਗਰਾਊਂਡ ਦੇ ਦੇਵੇ। ਉਹਨੇ ਠੋਕ ਕੇ ਜਵਾਬ ਦਿੱਤਾ ਸੀ ਦਿੰਦਾ ਜੋ ਕਰਨਾ ਸਾਨੂੰ। ਕੀ ਕੀਤਾ ਉਹਦਾ? ਉਹ ਕਹਿੰਦਾ ਮੈਂ ਤੁਹਾਡੇ ਅੰਡਰ ਹੀ ਨਹੀਂ ਯਾਰ, ਮੇਰਾ ਬੌਸ ਜਿਹੜਾ ਉਹ ਰਾਜਪਾਲ ਆ, ਗਵਰਨਰ ਆ, ਉਹ ਬਣਾਉਂਦਾ ਹੀ ਗਵਰਨਰ ਸੀ। ਜੇ ਕਿਤੇ ਫੰਕਸ਼ਨ ਦਾ ਗਵਰਨਰ ਬਣਾਉਂਦਾ ਸੀ ਜਾਂ ਉਹ ਸੁਪਰੀਮ ਕੋਰਟ ਦਾ ਚੀਫ ਜਸਟਿਸ ਬਣਾਉਂਦਾ ਸੀ, ਹਾਈ ਕੋਰਟ ਦਾ ਜਸਟਿਸ ਬਣਾਉਂਦਾ ਸੀ, ਇਹੋ ਜਿਹੇ ਬੰਦੇ ਬਣਾਉਂਦਾ ਸੀ ਆਪਣੇ ਉਹਦੇ ਯੂਨੀਵਰਸਿਟੀ ਦੇ ਵਿੱਚ। ਜਿੰਨਾ ਚਿਰ ਹੋ ਰਿਹਾ ਉਹਨੇ ਬਿਲਕੁਲ ਯੂਨੀਵਰਸਿਟੀ ਕਿਸੇ ਦਾ ਕੋਈ ਧੱਕਾ ਨਹੀਂ ਹੋਣ ਦਿੱਤਾ। ਅਗਲਿਆ ਕੀ ਕੀਤਾ ਅਗਲਿਆ? ਜਦੋਂ ਉਹ ਇੱਥੋਂ ਦੀ ਟੈਨਿਓਰ ਜੇ ਖਤਮ ਹੋਣੀ ਸੀਗੀ, ਕੇਂਦਰ ਸਰਕਾਰ ਨੇ ਸੋਚਿਆ ਵੀ ਬੰਦਾ ਇੰਟੈਲੀਜੈਂਟ, ਉਹਨਾਂ ਚੁੱਕ ਕੇ ਉਹਨੂੰ ਸੈਂਟਰਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ। ਕਦਰ ਹੈਗੀ ਆ, ਕੱਬਾ ਵੀ ਪਤਾ ਸੀਗਾ, ਗੱਲ ਉਹ ਵੀ 15 ਨਹੀਂ ਸੀ ਕਰਦਾ, ਬਹੁਤ ਕੱਬਾ ਬੰਦਾ ਸੀ ਜੈ ਰੂਪ ਸਿੰਘ। ਉਹਨਾਂ ਦੇ ਫਾਦਰ ਦਾ ਨਾਮ ਭੁੱਲ ਗਿਆ ਮੈਨੂੰ, ਬੜੀ ਹੈ ਡਾਕਟਰ ਸਿੰਦਰ ਕੌਰ ਨਹੀਂ? ਹਾਂਜੀ, ਉਹਦਾ ਬ੍ਰਦਰ। ਅੱਛਾ, ਉਹਦੇ ਬ੍ਰਦਰ ਨੇ। ਇਸ ਕਰਕੇ ਮੈਂ ਸੋਚਦਾ ਵੀ ਜਿਹੜੇ ਬੰਦੇ ਕੰਮ ਕਦਰ ਕਰਨ ਵਾਲੇ, ਉਹਨਾਂ ਦਾ ਸੁਭਾਅ ਵਾਕਈ ਕਰੈਕਟ ਵੀ ਹੁੰਦਾ, ਉਹਨਾਂ ਨੂੰ ਬਰਦਾਸ਼ਤ ਵੀ ਕਰਨਾ ਪੈਂਦਾ, ਉਹਨਾਂ ਦੀ ਲੋਕੀ ਕਦਰ ਵੀ ਕਰਦੇ। ਜੀ ਹੁਣ ਕੈਪਟਨ ਸਾਹਿਬ ਨੇ ਮੈਨੂੰ ਲਾਈਨ ਤੇ ਨੇ, ਮੈਂ ਕੱਟਿਆ ਨਹੀਂ ਉਹਨਾਂ ਨੂੰ, ਲਾਈਨ ਤੇ ਨੇ ਕਿ ਤੁਸੀਂ ਆਕੜ ਕੇ ਬੋਲਦੇ ਹੋ। ਆਕੜ ਕੇ ਨਹੀਂ ਬੋਲਦੇ ਹੁੰਦੇ ਉਹ ਬੰਦੇ ਜਿਹੜੇ ਨੇ। ਵੇਖੋ ਗੱਲ ਸੁਣੋ, ਹੁਣ ਮੈਂ ਆਕੜ ਕੇ ਕੀ ਆ, ਇਹ ਗੱਲ ਆ ਕਿ ਇਹ ਪਤਾ ਕੀ ਆ ਜੀ, ਪੱਟੀ ਸਾਹਿਬ ਨਾਲ ਹੀ ਨੇ ਮੇਰੇ ਖਿਆਲ ਚ ਕੈਪਟਨ ਸਾਹਿਬ। ਮੈਂ ਸੁਣਿਆ ਨਾ ਚਾਵਲਾ ਸਾਹਿਬ। ਕੈਪਟਨ ਸਾਹਿਬ ਆਕੜ ਕੇ ਨਹੀਂ ਬੋਲਦੇ ਹੁੰਦੇ, ਇਹ ਨਾ ਕੁਝ ਗੱਲਾਂ ਹੁੰਦੀਆਂ ਨੇ, ਕੋਈ ਬੰਦੇ ਦਾ ਅੰਦਾਜ਼ ਹੀ ਵੱਖਰਾ ਹੁੰਦਾ। ਹੁਣ ਮੈਂ ਜੇ ਕਹਿ ਦਵਾਂ ਕਿ ਮੈਂ 25 ਸਾਲਾਂ ਦੇ ਵਿੱਚ ਕਿਸੇ ਗੁਰਦੁਆਰਾ ਸਾਹਿਬ ਕੋ ਪੈਸਾ ਨਹੀਂ ਲਿਆ, ਮੈਂ ਕਿਸੇ ਮੰਦਿਰ ਕੋ ਪੈਸਾ ਨਹੀਂ ਲਿਆ, ਮੈਂ ਕਿਸੇ ਮਸਜਿਦ ਕੋ ਪੈਸਾ ਨਹੀਂ ਲਿਆ, ਮੈਂ ਕਿਸੇ ਧਾਰਮਿਕ ਸੰਸਥਾਵਾਂ ਕੋ ਪੈਸਾ ਨਹੀਂ ਲਿਆ, ਮੈਂ ਜਿਹੜਾ ਫੰਡ ਇਕੱਠਾ ਕੀਤਾ ਮੈਂ ਆਪਣਾ ਧਰਮ ਮਾਨ ਦੇ ਨਾਲ ਉਹਦੀ ਪੈਨੀ ਜਿਹੜੀ ਸਹੀ ਥਾਂ ਤੇ ਰੱਖੀ ਆ। ਮੇਰੇ ਕੋਲ 150 200 ਕਿਤੇ ਪਿਆ ਵੀ ਹੋਵੇ ਨਾ ਤੇ ਮੈਨੂੰ ਉਹਨੂੰ ਹੱਥ ਲਾਉਣ ਨੂੰ ਦਿਲ ਨਹੀਂ ਕਰਦਾ। ਮੈਂ ਉਹ ਚੱਕ ਕੇ ਤੇ ਗੁਰਦੁਆਰਾ ਸਾਹਿਬ ਪਾਉਣਾ ਜਾਂ ਗੁਲਕ 'ਚ ਰੱਖ ਦੇਣਾ, ਭਾਈ ਇਹ ਮੇਰਾ ਸਾਰੀ ਉਮਰ ਦਾ ਕਿਤੇ ਬੇੜਾ ਗੜਕ ਨਾ ਹੋ ਜੇ ਹੁਣ ਤੱਕ ਦਾ। ਅੱਛਾ, ਜੇ ਇਹਨੂੰ ਆਕੜ ਜੇ ਇਹਨੂੰ ਆਕੜ ਕਿਹਾ ਜਾਂਦਾ ਨਾ, ਇੱਕ ਮਿੰਟ ਪਰ ਸੁਣ ਲਓ ਨਾ, ਤੁਸੀਂ ਮੇਰੀ ਵੋਲਿਊਮ ਨੂੰ ਘੱਟ ਕਰਨ ਦੀ ਕੋਸ਼ਿਸ਼ ਨਾ ਕਰਨ ਦਿਓ, ਮੈਨੂੰ ਸੁਣ ਲਓ, ਮੈਂ ਜੋ ਤੁਹਾਨੂੰ ਮੌਕਾ ਦਊਂਗਾ। ਜੇ ਇਹਨੂੰ ਆਕੜ ਕਿਹਾ ਜਾਂਦਾ ਨਾ ਤੇ ਮੈਂ ਕਹਿੰਦਾ ਫਿਰ ਇਹੋ ਜਿਹੇ ਲੋਕ ਨਾ ਆਕੜਨੇ ਚਾਹੀਦੇ ਆ, ਇਹੋ ਜਿਹੇ ਲੋਕਾਂ ਨੂੰ ਆਕੜਨਾ ਵੀ ਚਾਹੀਦਾ ਵਾ। ਸਾਡੀਆਂ ਇੱਥੇ ਬੜੀਆਂ ਸੰਸਥਾਵਾਂ ਨੇ ਪੱਟੀ ਸਾਹਿਬ, ਮੈਂ ਕਈ ਵਾਰੀ ਕਹਿਣਾ ਬੜੀਆਂ ਸੰਸਥਾਵਾਂ ਸਾਡੇ, ਉਹਨਾਂ ਜਿਹੜੀਆਂ ਸੰਸਥਾਵਾਂ ਲਈ ਖੇਡ ਕਲੱਬਾਂ ਵਾਸਤੇ ਮੈਂ ਕਦੀ ਕੋਈ ਖੇਡ ਕਲੱਬ ਕਹਿ ਦੇ ਕਿ ਮੈਂ ਚੱਕ ਕੱਟ ਕੀਤਾ ਚਾਵਲੇ ਨੂੰ ਲਿਆਓ ਦਿਖਾਓ, ਐਕਸਟਰਾ ਸਮਾਂ ਲਿਆ ਹੋਊਗਾ, ਐਕਸਟਰਾ ਸਮਾਂ ਦਵਾਇਆ ਹੋਊਗਾ ਤੇ ਉਹ ਦਿੱਤਾ ਹੋਊਗਾ ਕੋਈ $100-200 25 ਸਾਲਾਂ ਦੇ ਵਿੱਚ, ਕੋਈ ਵੱਡੀ ਗੱਲ ਨਹੀਂ। ਇੱਥੇ 1 ਘੰਟੇ ਦਾ ਪ੍ਰੋਗਰਾਮ ਕਰਦੇ ਆ, ਵੀਕਐਂਡ ਤੇ ਆਉਂਦੇ ਆ ਤੇ ਕਲੱਬਾਂ ਵਾਲੇ ਉਹਨਾਂ ਨੂੰ $1000 ਦੇ ਦਿੰਦੇ ਆ, ਉਹ ਲੈ ਜਾਂਦੇ ਆ। ਮੈਂ ਡੇਲੀ 4 ਘੰਟੇ ਕਰਦਾ ਵਾ, ਸਵੇਰੇ ਰਾਤ ਨੂੰ 4 ਘੰਟੇ, ਸਵੇਰੇ 2 ਘੰਟੇ। ਪਰ ਮੈਂ ਜਦੋਂ ਚੱਲਿਆ ਸੀ ਨਾ ਸ੍ਰੀ ਤਰਨਤਾਰਨ ਸਾਹਿਬ ਤੇ ਗੋਂਦਵਾਲ ਸਾਹਿਬ ਮੱਥਾ ਟੇਕ ਕੇ ਚੱਲਿਆ ਸੀ, ਸਤਿਗੁਰੂ ਕਿਰਪਾ ਕਰਿਓ ਮਾੜਾ ਕੰਮ ਨਾ ਹੋਣ ਦਿਓ।
ਉਹ ਕਿਰਪਾ ਆ। ਪੈਸੇ ਅਸੀਂ ਵੀ ਲੈ ਸਕਦੇ ਇਹਨਾਂ ਕੋ। ਨਗਰ ਕੀਰਤਨਾਂ ਦਾ $10,000 ਇਹਨਾਂ ਨੇ ਰੇਡੀਓ ਟੈਲੀਵਿਜ਼ਨ ਨੂੰ ਦਿੱਤਾ ਆ, ਰਿਕਾਰਡਡ ਆ, ਚੱਲਣਾ ਸ਼ੋ। ਮੈਂ ਕਿਹੜਾ ਮੈਂ ਚੈਲੰਜ ਮੈਂ ਕੁਝ ਸਬੂਤ ਹੈਗੇ ਆ, ਤੇ ਕੱਲ੍ਹ ਕੋ ਵਾਂਗੂ ਰੱਖ ਦੇਵਾਂਗੇ। ਚਲੋ ਇਹ ਗੱਲ ਇਹ ਮੈਂ ਆਕੜ ਖੁਦ ਚਰਚਾ ਜੇ ਇਹ ਕਈ ਦਫਾ ਆਕੜ ਕਹੀ ਹੈ ਜੇ ਕਿ ਇਹ ਚਾਵਲਾ ਆਕੜ ਸਾਹਿਬ ਨਹੀਂ ਜੇ ਕੈਪਟਨ ਸਾਹਿਬ ਜੇ ਇਹ ਆਕੜ ਹੈ ਤੇ ਫਿਰ ਮੈਨੂੰ ਮੈਂ ਕਹਿੰਦਾ ਵੀ ਇਹੋ ਜਿਹੀ ਆਕੜ ਘਰ ਚ ਹੋਣੀ ਚਾਹੀਦੀ ਆ। ਹਾਂ ਹੁਣ ਤੁਸੀਂ ਬੋਲੋ ਪਲੀਜ਼। ਹਾਂ ਚਾਵਲਾ ਸਾਹਿਬ, ਇਹ ਮੈਂ ਕਈ ਦਫਾ ਖੁਦ ਚਰਚਾ 'ਚ ਗੱਲ ਕਹੀ ਹੈ ਵੀ ਤੁਹਾਡੇ ਵਰਗਾ ਹਿਸਾਬ ਤਾਂ ਕਿਸੇ ਕੋਲੇ ਹੈ ਨਹੀਂ। ਮੈਂ ਲੋਕਾਂ ਨੂੰ ਦੱਸਿਆ ਇਹ ਪੈਸਾ ਭੇਜਦੇ ਆ ਤਾਂ ਪਹਿਲਾਂ ਉਹ ਸਾਡੀ ਬੇਟੀ ਚੈੱਕ ਕਰਦੀ ਉੱਥੇ ਕਿ ਵਾਕਿਆ ਉਹਨੂੰ ਤਕਲੀਫ ਹੈਗੀ, ਫਿਰ ਇਹ ਪੈਸਾ ਇਕੱਠਾ ਕਰਦੇ ਆ। ਫਿਰ ਜਦੋਂ ਇਹ ਭੇਜਦੇ ਆ ਟੈਲੀਫੋਨ ਨੰਬਰ ਦੱਸਦੇ ਆ ਦੇਖੋ ਭਾਈ ਇੰਨਾ ਪੈਸਾ ਉੱਥੇ ਪਹੁੰਚ ਗਿਆ, ਤੁਸੀਂ ਇਹਦੀ ਇਨਕੁਆਇਰੀ ਕਰ ਲਓ। ਚਾਵਲਾ ਸਾਹਿਬ ਕਿਤੇ ਦੁਪਹਿਰੇ ਜੇ ਮੇਰੇ ਨਾਲ ਗੱਲ ਕਰਿਆ ਜੇ ਫਿਰ ਤੁਹਾਨੂੰ ਪਤਾ ਲੱਗੂ ਕਿ ਮੇਰੀ ਆਤਮਾ ਕਿਹੋ ਜਿਹੀ ਹੈ। ਤੁਸੀਂ ਨਹੀਂ ਤੁਸੀਂ ਦੱਸ ਚੁੱਕੇ ਜੀ ਆਪਣੇ ਬਾਰੇ ਸਾਰਾ ਕੁਝ, ਤੁਸੀਂ A to Z ਮੈਨੂੰ ਆਪਣੇ ਬਾਰੇ। ਕਿਤੇ ਤੁਹਾਡੇ ਨਾਲ ਗੱਲ ਇਸੇ ਕਰਕੇ ਮੈਂ ਤੁਹਾਨੂੰ ਕੈਪਟਨ ਸਾਹਿਬ ਲਵ ਯੂ, ਕੈਪਟਨ ਸਾਹਿਬ ਬਹੁਤ ਵਾਰੀ ਤੁਸੀਂ ਦੱਸ ਚੁੱਕੇ ਹੋ ਸਾਰੀਆਂ ਸਟੋਰੀਆਂ ਆਪਣੀਆਂ। ਉਹ ਮੇਰਾ ਸਾਹਮਣੇ ਲਾਓ ਤੇ ਦੇ ਕੇ ਆਉਂਦਾ ਸੀ। ਨਹੀਂ ਹੁਣ ਤੁਸੀਂ ਜਿਹੜੀ ਗੱਲ ਕਹਿੰਦੇ ਆ, ਮੈਂ ਤੇ ਡਾਕਟਰ ਦੇ ਹੱਕ 'ਚ ਖੜਿਆ ਹੀ ਨਹੀਂ। ਮੈਂ ਕਿਹਾ ਠੀਕ ਆ ਡਾਕਟਰ 'ਚ 100 ਗਮੀਆਂ ਹੋਣਗੀਆਂ, ਪਰ ਯਾਰ ਦਾ ਵੇ ਜਿੱਦਾਂ ਮਤਲਬ ਚੱਲ ਰਿਹਾ ਕੰਮ। ਕੱਲ ਅਸੀਂ ਉਹ ਕਿਹੜਾ ਸੀ ਆਪਣੇ ਕਾਂਗਰਸ ਦਾ ਜਿਹੜਾ ਇੱਕ ਲੰਬੀ ਦਾੜੀ ਵਾਲਾ, ਕਿ ਨਾਂ ਭੁੱਲ ਗਿਆ ਮੈਨੂੰ, ਪਟੀ ਸਾਹਿਬ ਦੱਸਿਓ। ਕਿਹੜਾ ਜੀ? ਆਸ਼ੂ ਕੀ ਨਾਂ ਸੀ ਉਹਦਾ? ਆਸ਼ੂ ਹਾਂ ਤੇ ਉਹਨੇ ਜਿਵੇਂ ਆਪਣੇ ਅਹੁਦੇ ਦਾ ਦੁਰਵਰਤੋਂ ਕੀਤੀ ਸੀ, ਆਪਾਂ ਉਦੋਂ ਕਿਵੇਂ ਬੋਲੇ ਸੀ? ਜੀ ਤੇ ਉਦੋਂ ਆਮ ਆਦਮੀ ਪਾਰਟੀ ਵਾਲੇ ਕਿਵੇਂ ਬੋਲੇ ਸੀ? ਜਿੱਦਣ ਕੈਪਟਨ ਸਾਹਿਬ ਨੇ ਸਹੁੰ ਚੁੱਕੀ ਆ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਮਹੀਨਾ ਵੀ ਨਹੀਂ ਦਿੱਤਾ ਉਹਨਾਂ ਨੂੰ, ਤੇ ਸਵਾਲ ਕਰਨ ਲੱਗ ਪਏ ਸੀ ਉਦੋਂ। ਅਸੀਂ ਤਾਂ ਬਈ ਜੇ ਤੁਸੀਂ ਨਿਰਪੱਖਤਾ ਨਾ ਸੁਣੋ, ਅਸੀਂ ਤੇ ਸਾਰਿਆਂ ਦੇ ਆ। ਇਹੀ ਕਾਰਨ ਆ ਕਿ ਸਾਨੂੰ ਤੁਸੀਂ ਆ ਕੇ ਇਦਾਂ ਦੀ ਗੱਲ ਕਰੋਗੇ ਵੀ ਨਾ ਤੇ ਸਾਨੂੰ ਚੰਗਾ ਵੀ ਲੱਗਦਾ। ਤਿੱਖਾ ਕਰੋ, ਸਾਨੂੰ ਵਧੀਆ ਕਰੋ, ਸਾਡੇ ਚ ਤੁਰਟੀਆਂ ਕੱਢੋ, ਪਰ ਪਿਆਰ ਨਾਲ ਕੈਪਟਨ ਸਾਹਿਬ ਜਿਵੇਂ ਅੱਜ ਕੱਢੀਆਂ। ਬਹੁਤ ਧੰਨਵਾਦ। ਇੱਕ ਮਿੰਟ ਦੇਖੋ, ਬਹੁਤ ਸ਼ੁਕਰੀਆ ਹੈ ਨਾ, ਉਹਨੇ ਕੇਜਰੀਵਾਲ ਨੂੰ ਠੋਕ ਕੇ ਜਵਾਬ ਦੇ, ਉਹ ਬੜਾ ਇਮਾਨਦਾਰ ਹੈ। ਮੈਂ ਤੁਹਾਨੂੰ ਦੱਸਾਂ, ਜੇ ਉਹ ਆਪਰੇਸ਼ਨ ਕਰ ਰਿਹਾ ਹੁੰਦਾ ਨਾ ਤਾਂ ਉਹਦਾ ਟੈਲੀਫੋਨ ਜਿਹੜਾ ਨਾ ਉਹਦੇ PA ਕੋਲ ਹੁੰਦਾ। ਮੈਂ ਕਈ ਦਫਾ ਕੀਤਾ, ਉਸੇ ਵੇਲੇ ਮੇਰਾ ਫੋਨ ਚੱਕ ਲਿਆ। ਉਹ ਇੱਥੇ ਆਇਆ ਸੀ ਨਾ, ਜਾਣ ਲੱਗਾ ਜੱਫੀ ਪਾ ਕੇ ਮਿਲ ਕੇ ਗਿਆ, ਉਹਨੇ ਮੈਨੂੰ ਸੁਣਿਆ ਸੀ ਬੋਲਦੇ ਨੂੰ। ਏਦਾਂ ਇਮਾਨਦਾਰ ਹੈ। ਹੁਣ ਉਸ ਡਾਕਟਰ ਨੂੰ ਕਿਵੇਂ ਕਹਿ ਦਾਂਗੇ? ਉਹ ਆਪਦੀ ਜੇਬ ਚੋਂ ਪੈਸਾ ਦੇ ਦੇਣਾ, ਜਾ ਭਾਈ ਤੂੰ ਦੂਜੀ ਜਗ੍ਹਾ ਇਲਾਜ ਕਰਾ ਲਾ, ਮੇਰੇ ਕੋਲੇ ਹੈ ਨਹੀਂ। ਇਹੋ ਜਿਹਾ ਡਾਕਟਰ ਉਹਦੇ ਇਲਾਕੇ ਬਾਰੇ ਕਹਿ ਰਹੇ ਸਾਰੇ। ਧਰਮਵੀਰ ਗਾਂਧੀ ਨੂੰ ਕਦੇ ਨਹੀਂ ਉਹ ਕਿਸੇ ਨੇ ਕਿਹਾ ਉਹਨੂੰ ਵੀ ਉਹਦੇ 'ਚ ਕੋਈ ਨੁਕਸ ਹੈਗਾ। ਇਮਾਨਦਾਰ ਬੰਦਾ ਉਹ ਨਹੀਂ। ਵੇਖੋ ਤੇ ਗੱਲ ਤੇ ਆ ਨਾ ਵੀ ਇਮਾਨਦਾਰ ਹੈਗਾ, ਪਰ ਸੱਚੀਆਂ ਖਰੀਆਂ ਸੁਣਾਈਆਂ ਤੇ ਫਿਰ ਜਿਹੜੀ ਪਾਰਟੀ 'ਚ ਤੁਸੀਂ ਹੱਕ ਖੜਦੇ ਉਹਨੂੰ ਕੋਈ ਪਿੱਠ ਤੇ ਛੁਰਾ ਮਾਰਿਆ ਉਹਦੇ ਫਿਰ ਇਹਦੇ ਚੋਂ ਅਸੀਂ ਤੁਸੀਂ ਦੋਗਲੇ ਹੋਏ ਨਾ। ਫਿਰ ਤੁਸੀਂ ਜਾਂ ਤੇ ਧਰਮਵੀਰ ਗਾਂਧੀ ਨਾਲ ਖੜੋ ਤੇ ਜਾਂ ਫਿਰ ਆਮ ਆਦਮੀ ਪਾਰਟੀ ਨਾਲ ਖੜੋ। ਮੈਂ ਤਾਂ ਅੱਜ ਵੀ ਖੜਾ ਧਰਮਵੀਰ ਗਾਂਧੀ ਨਾਲ। ਇੱਕ ਪਾਸੇ ਹੋ ਨਾ ਪੱਟੀ ਸਾਹਿਬ, ਇੱਕ ਪਾਸੇ ਹੋਣਾ ਪਊ ਨਾ ਸਾਨੂੰ। ਬਿਲਕੁਲ। ਮੈਂ ਤੇ ਕਹਿੰਦਾ ਧੰਨ ਉਹ ਬੰਦੇ ਨੇ ਕਿ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਤੀਲਾ ਆਇਆ ਫਿਰਦਾ, ਪਰ ਫਿਰ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਹੱਕ ਦੇ ਵਿੱਚ ਖੜਨ ਵਾਲੇ ਡਟ ਕੇ ਕਹਿੰਦੇ ਕਿ ਅਸੀਂ ਉਹਦੇ ਨਾਲ ਖੜੇ ਆ। ਸਲੂਟ ਆ ਯਾਰ ਉਹਨਾਂ ਦੀ ਸੋਚ ਨੂੰ। ਪਰ ਤੁਸੀਂ ਇੱਕ ਪਾਸੇ ਤੇ ਖੜੋ। ਹੁਣੇ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਕਰਕੇ ਹੁਣੇ ਤੁਸੀਂ ਆਮ ਆਦਮੀ ਪਾਰਟੀ ਦੇ ਗੱਲ ਕਰਦੇ ਪਏ ਹੋ। ਉਹ ਮੈਂ ਇਹ ਕਹਿ ਰਿਹਾ ਸੀ, ਉਹਨੇ ਕੇਜਰੀਵਾਲ ਨੂੰ ਸਾਫ਼ ਕਹਿਤਾ ਸੀ ਵੀ ਜੋ ਇਹ ਕਹਿ ਰਿਹਾ ਮੈਂ ਨਹੀਂ। ਏਦਾਂ ਨਹੀਂ ਹੁੰਦਾ ਕੈਪਟਨ ਸਾਹਿਬ, ਆਪਣਾ ਕੋਈ ਸਟੈਂਡ ਰੱਖੋ। 2 ਵਾਰੀ ਤੁਹਾਡੇ ਨਾਲ ਮੇਰਾ ਬਹਿਸ ਹੋ ਚੁੱਕੀ ਹੈ, ਅੱਜ ਪਿਆਰ ਨਾਲ ਹੀ ਗੱਲ ਹੋ ਰਹੀ ਹੈ। ਉਦੋਂ ਤੁਸੀਂ ਆਮ ਆਦਮੀ ਪਾਰਟੀ ਨੂੰ ਕੀੜੇ ਪਾ ਕੇ ਗਏ ਸੀ ਤੇ ਮੈਂ ਤੁਹਾਨੂੰ ਯਾਦ ਕਰਵਾਤਾ। ਅੱਜ ਫੇਰ ਤੁਸੀਂ ਆ ਗਏ ਹੋ। ਇਹਨੂੰ ਨਾ ਏਦਾਂ ਨਾ ਕਰੋ, ਚੱਕਵੇਂ ਚੁੱਲ੍ਹੇ ਵਾਲੀ ਗੱਲ ਨਾ ਕਰੋ। ਜਿੱਥੇ ਰੱਖਣਾ ਵਾ ਆਪਣੇ ਆਪ ਨੂੰ ਸਿੱਧਾ ਰੱਖੋ, ਇੱਕ ਥਾਂ ਤੇ ਰੱਖੋ। ਮੇਰੇ ਵਾਂਗੂ ਜੇ ਤੇ ਮੈਂ ਅੜਕ ਕੇ ਬੋਲਦਾ ਨਾ ਤੇ ਮੈਂ ਏਦਾਂ ਬੋਲਦਾ ਵੀ ਆਹ ਗੱਲ ਆ। ਜੇ ਆਮ ਆਦਮੀ ਪਾਰਟੀ ਧਰਮਵੀਰ ਗਾਂਧੀ ਦੀ ਕਦਰ ਕਿਉਂ ਨਹੀਂ ਪਾਈ ਫਿਰ ਉਹਨਾਂ ਨੇ? ਜੇ ਸਲਾਹ ਦਿੰਦਾ ਸੀ ਚੰਗਾ, ਕਿਹੜੇ ਚੰਗੇ ਬੰਦੇ ਦੀ ਸਲਾਹ ਮੰਨੀ ਉਹਨਾਂ ਨੇ ਦੱਸੋ ਮੈਨੂੰ। ਮੈਂ ਹੁਣ ਨਾਂ ਲੈਣ ਲੱਗਾ ਤੁਹਾਨੂੰ ਸਾਰਿਆਂ ਦੇ। ਆਪ ਤੇ ਸਿਰੇ ਦਾ ਕਹਿੰਦਾ ਕਿ ਮੈਂ ਰਾਜਨੀਤੀ ਵਿੱਚ ਆਉਣਾ ਹੀ ਨਹੀਂ। ਅੱਜ ਡਬਲ ਸਿਕਿਉਰਿਟੀ ਲਈ ਫਿਰਦਾ, ਕਹਿੰਦਾ ਸਿਕਿਉਰਿਟੀ ਦੀ ਲੋੜ ਹੀ ਕੋਈ ਨਹੀਂ। ਇੱਕ ਘਰ ਚਾਹੀਦਾ, ਇੱਕ ਰਸੋਈ ਚਾਹੀਦੀ ਆ, ਇੱਕ ਬੰਦਾ ਚਾਹੀਦਾ ਨਾਲ। ਅੱਜ ਕੀ ਹਾਲਾਤ ਆ? ਕਿਹਦੀ ਗੱਲ ਕਰਦੇ ਹੋ ਤੁਸੀਂ? ਇੱਕ ਥਾਂ ਤੇ ਖੜੋ ਕੈਪਟਨ ਸਾਹਿਬ। ਉਮਰ ਦਰਾਜ ਇੱਕ ਥਾਂ ਤੇ, ਇਸ ਉਮਰ ਦੇ ਵਿੱਚ ਇੱਕ ਸਟੈਂਡ ਲੈ ਲਓ, ਮਿਹਰਬਾਨੀ। ਧੰਨਵਾਦ ਤੁਹਾਡਾ। ਆਕੜ ਕੇ ਬੋਲਣ ਵਾਲੇ ਨੇ ਇਦਾਂ ਹੀ ਬੋਲਦੇ ਹੁੰਦੇ, ਜਿਹੜੇ ਸੱਚੇ ਹੁੰਦੇ ਇਦਾਂ ਹੀ ਬੋਲਦੇ ਹੁੰਦੇ ਆ। ਕੋਪਾਟੀ ਸਾਹਿਬ
ਬਿਲਕੁਲ ਜੀ, ਬਿਲਕੁਲ ਯਾ ਸਾਨੂੰ ਪਤਾ, ਸਾਨੂੰ ਤੁਸੀਂ ਸ਼ੇਅਰ ਨਹੀਂ ਕਰਨਾ, ਸ਼ੇਅਰ ਤੇ ਤੁਸੀਂ ਕਰਨਾ ਮਾ ਉਹਨਾਂ ਨੂੰ ਜਿਨ੍ਹਾਂ ਦੇ ਗੱਲ ਦੇ ਵਿੱਚ ਕੋਈ ਦਾਮੀ ਕੋਈ ਨਹੀਂ, ਵਿਖਾਉਂਦੇ ਕੁਝ ਹੋਰ ਆ, ਖਵਾਉਂਦੇ ਕੁਝ ਹੋਰ ਆ, ਨਿਕਲਦਾ ਕੁਝ ਹੋਰ ਆ, ਬਸ ਉਹਨਾਂ ਨੂੰ ਦਿਖਾਈ ਜਾਣਾ। ਜਾਂ ਫਿਰ ਉਹ ਇੱਕ ਸੂਟ ਜਿਹਾ ਪਾ ਕੇ ਆ ਜਾਂਦੀਆਂ ਵੀ ਗਲੇ ਵਾਲੀਆਂ, ਤੁਸੀਂ ਉਹਨਾਂ ਨੂੰ ਦਿਖਾਉਣਾ। ਲਾਹਨਤ ਆ ਤੁਹਾਡੀ ਇਹੋ ਜਿਹੀ ਸੋਚ ਦੇ ਸ਼ੇਅਰ ਕਰਨ ਵਾਲੇ। ਚੰਗੀ ਗੱਲ ਨੂੰ ਤੁਸੀਂ ਸ਼ੇਅਰ ਕਰਨਾ ਨਹੀਂ, ਬੇਸ਼ਰਮੋ। ਜੋ ਬੀਜੋਗੇ ਉਹੀ ਉਗਣਾ ਮੁੜ ਕੇ, ਫਿਰ ਦੇਖ ਲਿਓ ਤੁਸੀਂ। ਅੱਜ ਸਮਾਜ ਦੇ ਵਿੱਚ ਚੰਗੀ ਚੀਜ਼ ਨੂੰ ਸ਼ੇਅਰ ਕਰਨਾ ਤੇ ਉਹਨੂੰ ਗਾਂ ਸਾਂਝਾ ਕਰਨਾ ਵੀ ਸਿੱਖੋ। ਚੰਗੀ ਚੀਜ਼ ਨੂੰ ਵੀ ਥੋੜਾ ਜਿਹਾ ਅਪਣਾਓ। ਬਥੇਰਾ ਗੰਦ ਹੋ ਗਿਆ, ਗੰਦ ਘਰਾਂ ਦੇ ਛਿੱਟੇ ਮੁੜ ਕੇ ਗੰਦ ਤਾਂ ਨੂੰ ਨਾ ਉਹ ਘਰੇ ਆਉਂਦੇ ਹੁੰਦੇ ਆ, ਕਿਉਂ ਭੱਟੀ ਸਾਹਿਬ? ਜੀ ਬਿਲਕੁਲ ਜੀ, ਬਿਲਕੁਲ। ਚਲੋ ਐਨੀਵੇ ਕੁਝ ਸਵਾਲ ਰਹਿ ਗਏ ਨੇ, ਸਵੇਰੇ ਕਰਦੇ ਆ, ਦਸਤ ਪੰਜਾ ਲੈਂਦੇ ਆ ਫਿਰ ਸਵੇਰੇ। ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਆਪਾਂ ਤਿਆਰ ਆ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।